विघ्न विनाशन सोए। दोहरा अदो दल जो प्रथम टुर टपयो बेआसे पार। सुनो दुआबा जिव मलियो हथ दीना बेग कारतार। वाहिगुरु जी का खालसा वाहिगुरु जी की फतेह। गुर की साजी गुर की निवाजी गुर की प्यारी पर उपकारी। गुरु रूप गुरु खालसा संगत जीओ वडभागे हो। ਸਾਹਿਬਾਂ ਦੀ ਗੋਦ ਆਪ ਜੀ ਨੂੰ ਪ੍ਰਾਪਤ ਹੋ ਰਹੀ ਹੈ ਜੀ। ਰੱਬੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਗੁਰ ਇਤਿਹਾਸ ਦੀ ਗਾਥਾ ਆਪ ਜੀ ਸਰਵਣ ਕਰਦੇ ਆ ਰਹੇ ਹੋ। ਪਿਛਲੇ ਅਧਿਆਏ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ ਸੀ। ਸਿੰਘਾਂ ਨੇ ਕਸੂਰ ਫਤਿਹ ਕੀਤੀ, ਉਪਰੰਤ ਦਿਲੇ ਰਾਮ ਦੀਵਾਨ ਦੀ ਹਵੇਲੀ ਨੂੰ ਲੁੱਟਣਾ ਕੀਤਾ। ਪਰ ਮਨ ਦੇ ਅੰਦਰ ਲੋਭ ਲਾਲਚ। ਸਰਦਾਰ ਜੱਸਾ ਸਿੰਘ ਰਾਮਗੜੀਆ ਦਾ ਭਰਾ ਜਿਹੜਾ ਮਾਲੀ ਸਿੰਘ ਸੀ, ਉਹਨੇ ਬਹੁਤ ਇਹ ਕੀਤਾ ਤੇ ਦੀਵਾਨ ਦਿਲੇ ਰਾਮ ਦੇ ਭਰਾ ਨੂੰ ਕਤਲ ਕਰ ਦਿੱਤਾ, ਜਿਸ ਦੇ ਵਜਦ ਉਹਨਾਂ ਨੂੰ ਥੋੜ੍ਹੀ ਢਹਿੰਦੀ ਕਲਾ ਵੀ ਜਿਹੜੀ ਸੀ ਉਹ ਪੰਥ ਦੇ ਵਿੱਚ ਮਿਲੀ। ਉਪਰੰਤ ਜਿਹੜੇ ਸਿੰਘ ਸਨ, ਬਾਬਾ ਚੜ੍ਹ ਸਿੰਘ ਜੀ ਹੁਣੇ, ਹੋਰ ਸਿਆਣੇ ਸਿੰਘ, ਉਹਨਾਂ ਨੇ ਵਿੱਚ ਪੈ ਕਰਕੇ ਇਸ ਮਸਲੇ ਨੂੰ ਹੱਲ ਕਰ ਦਿੱਤਾ। ਮਾਲੀ ਸਿੰਘ ਦੀ ਵੰਸ਼ ਅੱਗੇ ਨਾ ਤੁਰੀ, ਉਹਦੀ ਜੜ ਸੁੱਕ ਗਈ। ਉਹ ਪੈਸਾ ਕਿਸੇ ਕੋਲ ਨਾ ਰਿਹਾ, ਅਗਾਂਹ ਚੱਲਦਾ ਰਿਹਾ। ਤੇ ਉਸ ਸਾਖੀ ਤੋਂ ਇਤਿਹਾਸ ਦੇ ਵਿੱਚ ਸਿੱਖਿਆ ਇਹ ਮਿਲਦੀ ਸੀ ਕਿ ਜਿਹੜਾ ਮਾਇਆ ਦੇ ਮਗਰ ਲੱਗ ਜਾਂਦਾ ਹੈ, ਫਿਰ ਉਹਦਾ ਅੱਜ ਵੀ ਹੰਨੀ ਤੇ ਕੱਲ੍ਹ ਵੀ ਹੰਨੀ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ 3 ਸਵਾਲ ਕੀਤੇ ਸਨ, ਔਰਤ ਕੀ, ਪੁੱਤਰ ਕੀ ਤੇ ਦੌਲਤ ਕੀ। ਪਾਤਸ਼ਾਹ ਜੀ ਨੇ ਜਵਾਬ ਦਿੱਤਾ ਸੀ, ਔਰਤ ਇਮਾਨ, ਪੁੱਤਰ ਨਿਸ਼ਾਨ ਤੇ ਦੌਲਤ ਗੁਜ਼ਰਾਨ। ਨਿਤਾ ਪ੍ਰਤੀ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਸਤੇ ਦੌਲਤ ਜਿਹੜੀ ਹੈ ਉਹ ਲਾਜ਼ਮੀ ਹੈ। ਇਹਦੇ ਤੋਂ ਬਗੈਰ ਘਰ ਦਾ ਗ੍ਰਸਤੀ ਜੀਵਨ ਚੱਲਣਾ ਜਿਹੜਾ ਹੈ ਉਹ ਮੁਸ਼ਕਲ ਹੈ। ਪਰ ਜੇ ਕਿਤੇ ਇਹ ਸਿਰ ਚੜ੍ਹ ਕੇ ਬੋਲੇ ਤੇ ਫਿਰ ਘਰਾਂ ਦੇ ਵਿੱਚ ਕਲੇਸ਼, ਝਗੜੇ ਹੋਣੇ ਜਿਹੜੇ ਨੇ ਉਹ ਲਾਜ਼ਮੀ ਹੋ ਜਾਂਦੇ ਨੇ ਇਸ ਮਾਇਆ ਦੇ ਕਰਕੇ। ਸੋ ਅੱਗੇ ਕਥਾ ਕਿਹੜੀ ਚੱਲ ਰਹੀ ਹੈ, ਆਓ ਆਪਾਂ ਸਰਵਣ ਕਰੀਏ। ਦਿਓ ਅਸੀਸ ਅੱਖ ਨਾ ਕਰੋ, ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਕੋ, ਸਤਨਾਮ ਸ੍ਰੀ ਵਾਹਿਗੁਰੂ। दोहरा अदो दल जो प्रथम टुर टपयो बेआसे पार। ਜਦੋਂ ਇੱਧਰ ਪਾਸੇ ਭੰਗੀਆਂ ਨੇ ਸਰਦਾਰ ਚੜ੍ਹ ਸਿੰਘ ਹੁਣੀ, ਇਹ ਤਰਨਾ ਦਲ ਹੈ। ਬੁੱਢਾ ਦਲ ਜਿਹੜਾ ਹੈ ਉਹ ਬਿਆਸ ਵਾਲੇ ਪਾਸੇ ਸੀ। ਇੱਕ ਪਾਸੇ ਕਸੂਰ ਸਿੰਘਾਂ ਨੇ ਜਿੱਤ ਲਈ ਤੇ ਦੂਜੇ ਪਾਸੇ ਹੁਣ ਜਿਹੜਾ ਹੈ ਇੱਧਰ ਜਲੰਧਰ ਦੀ ਧਰਤੀ ਹੈ, ਦੁਆਬਾ ਇਲਾਕਾ ਹੈ, ਤੇ ਅੱਧਾ ਦਲ ਜਿਹੜਾ ਸੀ ਉਹ ਇੱਧਰ ਬੈਠਾ ਹੋਇਆ ਸੀ ਆਪਣੇ ਆਪਣੇ ਥਾਂ ਦੇ ਉੱਤੇ। ਤਰਨਾ ਦਲ ਮਾਝੇ ਦੇ ਵਿੱਚ ਹੈ ਤੇ ਜਿਹੜਾ ਬੁੱਢਾ ਦਲ ਹੈ ਜਿਹਦੇ ਵਿੱਚ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ, ਬਾਬਾ ਆਲਾ ਸਿੰਘ ਜੀ ਆਦਿ ਮੋਹਤਵਾਰ ਸਿੱਖ ਜਥੇਬੰਦੀ ਦੇ ਉਹ ਸ਼ਾਮਲ ਹਨ। ਉਹ ਇੱਧਰ ਦੁਆਬੇ ਦੀ ਧਰਤੀ ਦੇ ਉੱਤੇ ਜਿਹੜੇ ਨੇ ਬਿਆਸ ਦਰਿਆ ਪਾਰ ਕਰਕੇ ਆ ਜਲੰਧਰ ਦੀ ਧਰਤੀ ਵੱਲ ਵਸੇ ਹੋਏ ਹਨ ਜੀ। ਸੁਨੋ ਦੁਆਬਾ ਜਿਵ ਮਲਿਓ ਹੱਥ ਦੀਨਾ ਬੇਗ ਕਾਰਤਾਰ। ਅਦੀਨਾ ਬੇਗ ਉਸ ਸਮੇਂ ਮਰ ਚੁੱਕਾ ਸੀ
ਤੇ ਅੱਗੇ ਇਹਦਾ ਇੱਕ ਜਿਹੜਾ ਸੀ ਕਾਰਦਾਰ ਸੀ, ਤੇ ਜਲੰਧਰ ਦਾ ਇਹ ਸੂਬੇਦਾਰ ਸੀ ਅਦੀਨਾ ਬੇਗ। ਤੇ ਹੁਣ ਇਹਦੀ ਜਲੰਧਰ ਦੀ ਸੂਬੇਦਾਰੀ ਇਹਦੀ ਬੇਗਮ ਦੇ ਕੋਲ ਸੀ। ਤੇ ਅੱਗੇ ਬੇਗਮ ਦਾ ਇੱਕ ਕਾਰਦਾਰ ਸੀ ਜਿਹਦਾ ਅੱਗੇ ਨਾਮ ਆਏਗਾ। ਕਾਰਦਾਰ ਕਹਿੰਦੇ ਨੇ ਜਿਹੜਾ ਮਾਮਲਾ ਉਗਰਾਉਣ ਵਾਲਾ ਹੁੰਦਾ ਹੈ, ਉਹਨੂੰ ਦੀਵਾਨ ਵੀ ਕਹਿ ਦਿੰਦੇ ਨੇ, ਜਿਹਦੇ ਕੋਲ ਸਾਰਾ ਹੀ ਹਿਸਾਬ ਕਿਤਾਬ ਹੋਵੇ, ਸੂਬੇਦਾਰੀ ਦੇ ਥੱਲੇ ਰਹਿ ਕਰਕੇ ਕਰਨ ਵਾਲਾ। ਆਂਦੇ ਜਦੋਂ ਹੁਣ ਦੁਆਬਾ ਸਿੰਘਾਂ ਨੇ ਮਲਣਾ ਹੈ ਜਾਂ ਕਿੱਦਾਂ ਮੱਲਿਆ ਹੈ, ਉਹ ਕਹਾਣੀ ਜਿਹੜੀ ਹੈ ਉਹ ਕਥਾ ਗੁਰ ਕੀ ਸੰਗਤ ਜੀ ਸੁਣੋ। ਕਿੱਦਾਂ ਅਦੀਨਾ ਬੇਗ ਦਾ ਜਿਹੜਾ ਕਾਰਦਾਰ ਸੀ, ਉਹਦਾ ਸਿੰਘਾਂ ਨੇ ਫਿਰ ਜਿਹੜਾ ਹੈ ਖੁਰੀਆ ਖੋਜ ਮਿਟਾਉਣਾ ਕੀਤਾ ਹੈ ਜੀ। ਚੌਪਈ ਖਟਈ ਦੀਵਾਨ ਥੋ ਦਸੰਬਰ ਨਾਮ। ਉਹਦਾ ਨਾਂ ਸੀ ਬਿਸੰਬਰ ਦਾਸ ਵੀ ਕਹਿ ਸਕਦੇ ਹਾਂ, ਬਿਸੰਬਰ ਦਾਸ। ਤੇ ਇਹ ਖੱਤਰੀਆਂ ਦੀ ਬਰਾਦਰੀ ਦੇ ਵਿੱਚੋਂ ਸੀ। ਇਸ ਤਰ੍ਹਾਂ ਇਹ ਦੀਵਾਨ ਜਿਹੜਾ ਸੀ ਇਹ ਜਲੰਧਰ ਦਾ ਸੂਬੇਦਾਰੀ ਦਾ ਜਿਹੜਾ ਸੀ ਦੀਵਾਨ ਸੀ ਜੀ। ਉਤੋਂ ਪ੍ਰਥਮ ਤੇ ਮਲਾਸੜੇ ਧਾਮ। ਜਲੰਧਰ ਦੀ ਧਰਤੀ ਦੇ ਉੱਤੇ ਇੱਕ ਵਾਕਿਆ ਹੈ ਪਿੰਡ ਲਸਾੜਾ, ਜਿਹਨੂੰ ਲਸਾੜੇ ਵੀ ਕਹਿੰਦੇ ਨੇ। ਫਿਲੌਰ ਵੱਲੋਂ 4-5 ਕਿਲੋਮੀਟਰ ਦੀ ਦੂਰ ਤੇ ਹੈ। ਫਿਲੌਰ ਤੋਂ ਨਵੇਂ ਸ਼ਹਿਰ ਨੂੰ ਜਾਈਏ ਤੇ ਖੱਬੇ ਹੱਥ ਵਾਕਿਆ ਹੈ। ਤੇ ਇਧਰੋਂ ਬੰਗੇ ਤੋਂ ਆਪਾਂ ਜਦੋਂ ਮੁਕੰਦਪੁਰ ਨੂੰ ਜਾਈਏ, ਚੱਕਦਾਨਾ ਹੁੰਦਿਆਂ ਹੋਇਆਂ ਲਸਾੜੇ ਪਿੰਡ ਆਪਾਂ ਜਿਹੜੇ ਨੇ ਪਹੁੰਚ ਜਾਈਦਾ ਹੈ। 5-7 ਕਿਲੋਮੀਟਰ ਹੋ ਸਕਦਾ। ਉੱਥੇ ਪਹਿਲਾਂ ਇਹ ਬਿਸੰਬਰ ਦਾਸ ਜਿਹੜਾ ਸੀ ਨਾ, ਉਹ ਵਸਦਾ ਹੁੰਦਾ ਸੀ। ਇਹਦਾ ਜੱਦੀ ਪਿੰਡ ਜਿਹੜਾ ਸੀ ਲਸਾੜੇ ਸੀ ਜੀ। ਦੀਨਾ ਬੇਗ ਕੀ ਬੇਗਮ ਪਾਸ। ਤੇ ਇਹ ਦੀਨਾ ਬੇਗ ਮਰ ਚੁੱਕਾ ਸੀ ਤੇ ਅੱਗੇ ਉਹਦੀ ਬੇਗਮ ਕੋ ਸੀ ਸੂਬੇਦਾਰੀ। ਤੇ ਹੁਣ ਇਹ ਜਿਹੜਾ ਸੀ ਉਸ ਬੇਗਮ ਦਾ ਜਿਹੜਾ ਸੀ ਦੀਵਾਨ ਸੀ ਜੀ। ਉਤੋਂ ਦੀਵਾਨ ਸਭਨ ਮੈਂ ਖਾਸ। ਤੇ ਸਾਰਿਆਂ ਦੀਵਾਨਾਂ ਦੇ ਵਿੱਚੋਂ ਮਾਮਲੇ ਕਈ ਉਗਰਾਉਂਦੇ ਸਨ ਜਲੰਧਰ ਦਾ। ਜਲੰਧਰ ਇਲਾਕਾ ਕਿਤੇ ਛੋਟਾ ਹੈ, ਘੱਟੋ ਘੱਟ 100-150 ਪਿੰਡ ਜਿਹੜਾ ਸੀ ਜਲੰਧਰ ਨੂੰ ਅੱਜ ਵੀ ਲੱਗਦਾ ਹੈ। ਤੇ ਉਸ ਸਮੇਂ ਸਾਰਿਆਂ ਦੀਵਾਨਾਂ ਦੇ ਵਿੱਚ ਬੇਗਮ ਦਾ ਇਹ ਖਾਸ ਬੰਦਾ ਸੀ। ਭਾਵ ਸਭ ਤੋਂ ਜ਼ਿਆਦਾ ਜਿਹਦੇ ਉੱਤੇ ਸਾਨੂੰ ਵਿਸ਼ਵਾਸ ਹੋ ਜਾਵੇ, ਘਰ ਦੇ ਵਿੱਚ ਵੀ, ਰਿਸ਼ਤੇਦਾਰੀ ਬਰਾਦਰੀ ਦੇ ਵਿੱਚ ਵੀ, ਸਿਆਸਤੀ ਪੱਖ ਵੀ ਇਹੀ ਹੈ। ਜਿਹਦੇ ਉੱਤੇ ਜ਼ਿਆਦਾ ਵਿਸ਼ਵਾਸ ਹੁੰਦਾ ਹੈ, ਉਹ ਕਹਿੰਦੇ ਉਹਦੀ ਖੱਬੀ ਬਾਂਹ ਹੈ ਬੰਦੇ ਦੀ, ਉਹਨੂੰ ਮਿਲ ਜਾ ਕੇ ਉਹ ਤੇਰਾ ਕੰਮ ਜਿਹੜਾ ਹੈ ਉਹ ਕਰ ਦਵੇ। ਇੱਦਾਂ ਇਹ ਖਾਸ ਹੈ ਬੇਗਮ ਦਾ ਜੀ ਦੀਵਾਨ। 25,000 ਰੱਖੇ ਫੌਜ ਤਿਆਰ। ਅਦੀਨਾ ਬੇਗ ਦੇ ਖਾਤਮੇ ਤੋਂ ਬਾਅਦ ਇਹਨੇ ਸੋਚਿਆ ਵੀ ਹੁਣ ਜਲੰਧਰ ਦਾ ਮਾਲਕ ਮੈਂ ਹੀ ਬਣ ਜਾਵਾਂ। ਇਸ ਕਰਕੇ ਇਹਨੇ ਅਦੀਨਾ ਬੇਗ ਤੋਂ ਬਾਅਦ ਬੇਗਮ ਦੇ ਥੱਲੇ ਰਹਿ ਕਰਕੇ ਇਹਨੇ ਆਪਣੀ ਇੱਕ ਫੌਜ ਦੀ ਟੁਕੜੀ ਤਿਆਰ ਕੀਤੀ, ਜਿਹਦੇ ਵਿੱਚ ਉਹਦੀ ਗਿਣਤੀ ਆਂਦੇ 25,000 ਹੈ ਜੀ। ਬਹੁਤ ਤੋਪ ਔਰ ਜੰਬੂਰਕ ਨਾਰ। ਕਈ ਤੋਪਾਂ ਤੇ ਕਈ ਜੰਬੂਰਨ ਤੋਪਾਂ, ਵੱਡੀਆਂ ਤੇ ਛੋਟੀਆਂ ਤੋਪਾਂ ਇਹਨੇ ਜਿਹੜੀਆਂ ਸਨ ਆਪਣੇ ਪਾਸ ਰੱਖੀਆਂ ਹੋਈਆਂ ਸਨ ਜੀ। ਕਈ ਪਰਬਤੀ ਸੰਗ ਉਸ ਰਾਜੇ। ਇੱਥੋਂ ਤੱਕ ਜਿੱਥੇ 25,000 ਇਹਦੀ ਆਪਣੀ ਫੌਜ ਸੀ ਤੇ ਹੋਰ ਜਿਹੜੇ 22 ਧਰ ਦੇ ਪਹਾੜੀ ਰਾਜੇ ਮੰਨੇ ਗਏ ਨੇ, ਉਹਨਾਂ ਦੇ ਵਿੱਚੋਂ ਜਿਹੜੀਆਂ 22 ਧਾਰਾਂ ਦੇ ਵਿੱਚੋਂ 7 ਧਾਰਾਂ ਸਨ ਉਹ ਪੰਜਾਬ ਦੇ ਵਿੱਚ ਸਨ। ਤੇ ਉਹਨਾਂ 7 ਧਾਰਾਂ ਦੇ ਜਿਹੜੇ ਰਾਜੇ ਸਨ ਉਹਦੇ ਨਾਲ ਵੀ ਇਹਦੇ ਹੱਥ ਰਲੇ ਹੋਏ ਸਨ, ਪਹਾੜੀ ਰਾਜਿਆਂ ਦੇ ਨਾਲ ਜੀ। ਉਹਨੇ ਮੰਗਾਏ ਲੜਨੇ ਕਾਜੇ। ਤੇ ਉਹਨੇ ਉਹਨਾਂ ਨੂੰ ਨਾ ਜਦੋਂ ਕਿਤੇ ਲੋੜ ਪੈਣੀ ਕਿਸੇ ਮੁਹਿੰਮ ਦੇ ਉੱਤੇ ਵੀ ਆਪਾਂ ਕਿਸੇ ਨੂੰ ਫਤਿਹ ਕਰਨ ਜਾਣਾ ਕਿਸੇ ਇਲਾਕੇ ਨੂੰ, ਤੇ ਇਹਨੇ ਉਹਨਾਂ ਦਾ ਵੀ ਜਿਹੜਾ ਸੀ ਆਪਣੇ ਨਾਲ ਵਗ ਜਿਹੜਾ ਹੈ ਤੋਰ ਲੈਣਾ। ਭਾਵ ਉਹਨਾਂ ਰਾਜਿਆਂ ਨੂੰ ਵੀ ਬੁਲਾ ਲੈਣਾ ਵੀ ਆ ਜਾਓ, ਤੁਹਾਨੂੰ ਵੀ ਹਿੱਸਾ ਦੇ ਦਾਂਗੇ, ਆਪਾਂ ਮੁਹਿੰਮ ਸਰ ਕਰਨ ਜਿਹੜੀ ਹੈ ਉਹ ਚੱਲੀਏ ਜੀ। ਅੰਦਰ ਖਾਲਸਾ ਦਈ ਸਲਾਹੇ। ਤੇ ਫਿਰ ਨਾ ਇਹਨੂੰ ਕਿਸੇ ਨੇ ਨਾ ਸਲਾਹ ਜਿਹੜੀ ਹੈ ਇਸ ਤਰ੍ਹਾਂ ਖਾਲਸੇ ਦੇ ਉੱਤੇ, ਜਿਹੜਾ ਅੱਧਾ ਖਾਲਸਾ ਇੱਧਰ ਹੁਣ ਬਿਆਸ ਦੀ ਧਰਤੀ ਤੋਂ ਇੱਧਰ ਜਲੰਧਰ ਵੱਲ ਵਸਦਾ ਪਿਆ ਸੀ, ਤੇ ਉਹਦੇ ਉੱਤੇ ਅੱਧੇ ਖਾਲਸੇ ਦੇ ਉੱਤੇ ਜਿਹੜਾ ਸੀ ਨਾ ਹੱਲਾ ਕਰਨ ਦੀ ਕਿਸੇ ਨੇ ਜਿਹੜੀ ਹੈ ਨਾ ਹੁਣ ਉਹ ਸਲਾਹ ਦਿੱਤੀ ਹੈ। ਬੁੱਢੇ ਦਲ ਕੀ ਔਰ ਤੁਝਾਹੇ। ਕਹਿਣ ਲੱਗੇ ਬਿਸੰਬਰ ਦੇਖ, ਅੱਧਾ ਦਲ ਤੇ ਜਿਹੜਾ ਹੈ ਉਹ ਮਾਝੇ ਦੀ ਧਰਤੀ ਤੇ ਹੈ ਤੇ ਇੱਧਰ ਸਾਰੇ ਅੱਧਾ ਦਲ ਹੈ, ਤੇ ਤੂੰ ਏਦਾਂ ਕਰ, ਹੁਣ ਤੂੰ ਬੁੱਢੇ ਦਲ ਦੇ ਉੱਤੇ ਨਾ ਹਮਲਾ ਕਰ ਦੇ। ਤੇਰੇ ਕੋਲ ਤੇ
ਪਹਾੜੀ ਰਾਜਿਆਂ ਦਾ ਵੀ ਸਾਥ ਹੈਗਾ। 25,000 ਤੇਰੀ ਆਪਣੀ ਫੌਜ ਹੈ ਤੇ ਸਿੰਘ ਕਿੰਨੇ ਕੇ ਆ, ਕਿਤੇ ਗਿਣੇ ਚੁਣਵੇਂ ਸਿੰਘ ਹੁੰਦੇ ਸਨ ਉਹਨਾਂ ਸਮਿਆਂ ਦੇ ਅੰਦਰ। ਕੋਠੀਆਂ ਵਾਹਿਗੁਰੂ, ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਰਹਿਣਾ, ਜੋ ਮਿਲ ਗਿਆ ਉਹੀ ਛਕਣਾ। ਦਿਨੇ ਕਿਤੇ ਰਾਤ ਕਿਤੇ ਬਤਈ ਹੈ। ਦਿਨ ਕਿਤੇ ਬਤੀਤ ਹੁੰਦਾ ਸੀ ਸਿੰਘਾਂ ਦਾ, ਰਾਤ ਕਿਤੇ ਬਤੀਤ ਹੁੰਦੀ ਸੀ। ਭੁੱਖਣ ਭਾਣੇ, ਸਿਰ ਤੇ ਇੱਕ ਪਰਨਾ, ਗੱਲ ਕਛਹਿਰਾ, ਇੱਥੋਂ ਤੱਕ ਕੱਪੜੇ ਸਨ ਸਿੰਘਾਂ ਦੇ ਕੋਲ। ਜੇ ਕਿਤੇ ਮਿਲ ਗਿਆ ਤੇ ਉਹਨੂੰ ਪਾ ਲੈਣਾ, ਨਹੀਂ ਤਾਂ ਫਿਰ ਜ਼ਿਆਦਾਤਰ ਗਾਤਰੇ, ਕਿਰਪਾਨ, ਕਛਹਿਰਾ, ਹੱਥ ਦੀ ਸ੍ਰੀ ਸਾਹਿਬ, ਭਗੋਤੀ 6 ਫੁੱਟੀ ਕਹਿ ਸਕਦੇ ਹਾਂ, ਤੇ ਸਿਰ ਦੇ ਉੱਤੇ ਇੱਕ ਮੜਾਸਾ ਜਿਹਨੂੰ ਆਪਾਂ ਕਹਿੰਦੇ ਹਾਂ ਦਸਤਾਰ, ਪਰਨਾ। ਬਸ ਇਹੀ ਉਹਨਾਂ ਦੇ ਵਸਤਰ ਸਨ, ਖਾਸ ਕਰਕੇ ਜਿਹੜੇ ਸਿੰਘ ਹੁੰਦੇ ਸਨ। ਆਂਦਾ ਵੀ ਤੂੰ ਇੱਦਾਂ ਕਰ, ਇਹਨੂੰ ਕਿਸੇ ਨੇ ਸਲਾਹ ਦੇ ਦਿੱਤੀ ਵੀ ਬੁੱਢੇ ਦਲ ਦੇ ਉੱਤੇ ਨਾ ਹੁਣ ਤੇ ਗਿਣੇ ਚੁਣਵੇਂ ਬੰਦੇ ਨੇ, ਅੱਧਾ ਦਲ ਕਿਤੇ ਹੈ, ਅੱਧਾ ਦਲ ਕਿਤੇ ਬੈਠਾ, ਤੂੰ ਇਹਨਾਂ ਤੇ ਹਮਲਾ ਕਰ ਦੇ। ਹਮ ਬਿਨ ਲੜਨਾ ਜੋਗੇ ਨਾਹੀ। ਦੇਖ ਉਹਨਾਂ ਦਾ ਸਾਥ ਜਿਹੜੇ ਹਨ ਤਰਨਾ ਦਲ ਵਾਲੇ, ਉਹ ਤਾਂ ਦੂਰ ਬੈਠੇ ਵੀ, ਤੇ ਇਹਨਾਂ ਦਾ ਕੱਲਿਆਂ ਦਾ ਮੁਕਾਬਲਾ ਤੂੰ ਤੇ ਝਟਪਟ ਕਰ ਲੈਣਾ। ਇਸ ਕਰਕੇ ਇਹਨਾਂ ਤੇ ਤੂੰ ਹਮਲਾ ਕਰ ਦੇ ਭਈ। ਤੂੰ ਉਹਨਾਂ ਦਈ ਦੁਆਬਿਓ ਤਾਹੇ। ਤੂੰ ਉਹਨਾਂ ਨੂੰ ਕਹਿ ਦੇ ਵੀ ਤੁਸੀਂ ਦੁਆਬਿਓ ਜਿਹੜੇ ਨੇ ਉਹ ਬਾਹਰ ਨਿਕਲ ਜਾਓ, ਭਾਵ ਇਹ ਜਲੰਧਰ ਦਾ ਇਲਾਕਾ ਖਾਲੀ ਕਰ ਦਵੋ। ਦੀਨਾ ਨਗਰ ਛੱਡ ਤੁਰਿਓ ਗੈਲ। ਇਹ ਉਸ ਸਮੇਂ ਦੀਨਾ ਨਗਰ ਦੀ ਧਰਤੀ ਦੇ ਉੱਤੇ ਜਿਹੜਾ ਸੀ ਨਾ ਵਾਕਿਆ ਸੀ। ਜਿਹੜਾ ਬਿਸੰਬਰ ਹੈ ਤੇ ਜਲੰਧਰ ਦੇ ਸੂਬੇਦਾਰ ਦਾ ਦੀਵਾਨ ਸੀ, ਪਰ ਇਸ ਸਮੇਂ ਜਦੋਂ ਇਹ ਕਹਾਣੀ ਬਣਨ ਲੱਗੀ ਹੈ, ਇਹ ਕਥਾ ਜਦੋਂ ਕਹਿ ਲਈਏ ਹੋਣ ਲੱਗੀ ਹੈ ਵੀ ਇੱਦਾਂ ਹੁਣ ਇਹ ਜੰਗ ਹੋਣਾ ਹੈ, ਉਦੋਂ ਇਹ ਵਾਕਿਆ ਕਿੱਥੇ ਹੈ? ਇਹ ਦੀਨਾ ਨਗਰ। ਇਹਦੀ ਰਿਹਾਇਸ਼ ਉਸ ਸਮੇਂ ਜਾਂ ਇਹਨੇ ਆਪਣਾ ਟਿਕਾਣਾ, ਆਪਣਾ ਡੇਰਾ ਜਿਹੜਾ ਸੀ ਦੀਨਾ ਨਗਰ ਰੱਖਿਆ ਹੋਇਆ ਸੀ। ਤੇ ਦੀਨਾ ਨਗਰ ਜਿਹੜਾ ਹੈ ਉਹ ਮਾਝੇ ਦੀ ਧਰਤੀ ਤੇ ਹੈ। ਇੱਥੋਂ ਬਟਾਲਾ ਜਾਂ ਬਿਆਸ, ਮਹਿਤਾ ਚੌਂਕ, ਬਟਾਲਾ ਕਹਿ ਲਈਏ, ਤੇ ਬਟਾਲੇ ਤੋਂ ਅੱਗੇ 12-13 ਕਿਲੋਮੀਟਰ ਜਿਹੜਾ ਹੈ ਉਹ ਦੀਨਾ ਨਗਰ ਹੈ। ਇੱਧਰੋਂ ਜਾਓਗੇ ਤੇ ਉੜਮਲ, ਟਾਂਡਾ, ਸ਼੍ਰੀ ਹਰਗੋਬਿੰਦਪੁਰਾ ਦੇ ਰਾਹੀਂ ਵੀ ਜਾ ਸਕਦੇ ਹਾਂ। ਦਸੂਹੇ ਤੋਂ ਸਿੱਧਾ ਗੁਰਦਾਸਪੁਰ, ਤੇ ਜਾਂ ਫਿਰ ਸਿੱਧਾ ਹੀ ਦਸੂਹੇ ਤੋਂ ਪਠਾਨਕੋਟ ਨੂੰ ਜਾਂਦੇ ਆ ਦੀਨਾ ਨਗਰ ਪੈ ਸਕਦਾ ਹੈ। ਕਾਫੀ ਰਸਤੇ ਹਨ। ਇਹ ਦੀਨਾ ਨਗਰ ਜਿਹੜਾ ਸੀ ਇਹਨੇ ਡੇਰਾ ਲਾਇਆ ਹੋਇਆ ਸੀ ਜੀ। ਲੱਗ ਬੇਰਾਮ ਕੀਓ ਦੁਆਬੇ ਸੈਲ। ਤੇ ਇਹਨੇ ਉਹ ਫਿਰ ਜਿਹੜਾ ਸੀ ਨਾ ਬਿਆਸ ਲੰਘ ਕੇ ਤੇ ਦੁਆਬੇ ਦੇ ਵਿੱਚ ਆਉਣਾ ਕੀਤਾ ਹੈ ਜੀ। ਮਗਰੋਂ ਡੇਰੋ ਉਨ ਦਇਓ ਪਾਏ। ਤੇ ਮਗਰ ਹੀ ਸਿੰਘਾਂ ਦੇ ਇਹਨੇ ਜਿਹੜਾ ਸੀ ਨਾ ਉਹ ਡੇਰਾ ਪਾ ਲਿਆ। ਸਿੰਘ ਵੀ ਇੱਧਰ ਸਨ ਦੁਆਬੇ ਦੇ ਵਿੱਚ, ਇਹਨੂੰ ਪਤਾ ਲੱਗਾ ਤੇ ਇਹਨੇ ਵੀ ਜਿਹੜਾ ਹੈ ਇੱਧਰ ਨੂੰ ਆਪਣੀ ਕੂਚ ਕਰ ਲਈ ਹੈ ਜੀ। ਕਈ ਸਿੰਘਨ ਕੋ ਘੂਰ ਕਲਾਏ। ਤੇ ਸਿੰਘਾਂ ਦੇ ਮਗਰ ਇਹਨੇ ਜਿਹੜਾ ਹੈ ਨਾ ਘੂਰ ਕਲਾਈ ਹੈ, ਭਾਵ ਵੀ ਉਹਨਾਂ ਨੂੰ ਦਬਕਾ ਜਿਹੜਾ ਹੈ ਮਰਵਾਉਣਾ ਕੀਤਾ ਹੈ ਜੀ। ਦੋਹਰਾ ਘਲਿਓ ਸਿੰਘਨ ਕੋ ਲਿਖਿਓ ਜੋ ਸਿੱਖ ਚਾਹੋ ਆਪ। ਇਹਨੇ ਇੱਕ ਚਿੱਠੀ ਕੁਹਾਰ ਦੇ ਹੱਥ ਲਿਖ ਕੇ ਭੇਜੀ। ਉਹ ਸਿੰਘੋ, ਜੇ ਚੰਗੀ ਚਾਹੁੰਦੇ ਹੋ, ਜੇ ਆਪਣੀ ਖੈਰ ਚਾਹੁੰਦੇ ਹੋ, ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡਾ ਜਿਹੜਾ ਹੈ ਕੋਈ ਨੁਕਸਾਨ ਨਾ ਕਰਾਂ, ਤੇ ਬੰਦੇ ਦੇ ਪੁੱਤ ਬਣ ਕੇ ਤੁਸੀਂ ਜਿਹੜਾ ਹੈ ਨਾ ਆ ਜਲੰਧਰ ਦਾ ਇਲਾਕਾ ਜਿਹੜਾ ਹੈ ਖਾਲੀ ਕਰ ਦਿਓ। ਇਹ ਦੁਆਬਾ ਮੇਰਾ ਹੈ, ਇਸ ਦੁਆਬੇ ਨੂੰ ਹੁਣ ਤੁਸੀਂ ਖਾਲੀ ਕਰ ਦਿਓ ਜੀ। ਜਹੋ ਦੁਆਬੋ ਛੱਡ ਅਬ ਜੋ ਰਹੋ ਤੂੰ ਮੈਂ ਕਰੋ ਖਾ। ਜੇ ਤੁਸੀਂ ਆਪਣੀ ਖੈਰ ਚਾਹੁੰਦੇ, ਜੇ ਆਪਣੀ ਖਾਕ ਜਿਹੜੀ ਹੈ ਬਚਾਉਣੀ ਚਾਹੁੰਦੇ, ਜੇ ਆਪਣੇ ਪਰਿਵਾਰਾਂ ਨੂੰ ਬਚਾਉਣਾ ਚਾਹੁੰਦੇ ਹੋ ਨਾ, ਧਿਆਨ ਰੱਖਿਓ ਇਹ ਸੂਬੇਦਾਰੀ ਸਾਡੀ ਹੈ ਜਲੰਧਰ ਦੀ। ਇਸ ਕਰਕੇ ਮੈਂ ਤੁਹਾਨੂੰ ਇੱਕ ਵੰਗਾਰ ਪਾ ਰਿਹਾ, ਤੁਹਾਨੂੰ ਜਿਹੜਾ ਹੈ ਲਿਖਤੀ ਰੂਪ ਦੇ ਵਿੱਚ ਕਹਿ ਰਿਹਾ ਕਿ ਤੁਸੀਂ ਜਿਹੜਾ ਹੈ ਜਲੰਧਰ ਖਾਲੀ ਛੱਡ ਦਿਓ, ਇਹ ਦੁਆਬੇ ਤੋਂ ਬਾਹਰ ਕਿਤੇ ਜਾ ਕੇ ਡੇਰਾ ਕਰੋ ਜੀ। ਚੌਪਈ ਸੁਣਤ ਸਿੰਘਨ ਤਬ ਚੜ ਗਇਓ ਰੋਗ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਿੰਘਾਂ ਨੇ ਜਦੋਂ ਇਹਦਾ ਇਹ ਦਬਕੀ ਭਲਾ ਬਚਨ ਸੁਣਿਆ ਤੇ ਉਹਨਾਂ ਨੂੰ ਹੁਣ ਰੋਸ ਜਿਹੜਾ ਸੀ ਉਹ ਵੀ ਆਇਆ ਇਹਦੇ ਉੱਤੇ। ਇਹ ਹੁੰਦਾ ਕੌਣ ਆ? ਬਿਸੰਬਰ। ਸਾਡੇ ਉੱਤੇ ਇੰਨਾ ਕੁਝ ਜਿਹੜਾ ਹੈ ਬੋਲਣ ਵਾਲਾ। ਇਹ ਸਾਡਾ ਹੀ ਇਖਲਾਕ ਸੀ ਕਿ ਅਦੀਨਾ ਬੇਗ ਨੂੰ ਅਸੀਂ ਸੂਬੇਦਾਰੀ ਦਵਾਈ ਸੀ। ਬਾਬਾ ਵਡਭਾਗ ਸਿੰਘ ਜੀ ਹੁਣਾਂ ਨੇ, ਬਾਬਾ ਆਲਾ ਸਿੰਘ ਜੀ ਹੁਣਾਂ ਨੇ, ਇੱਧਰ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਦੇ ਅੱਗੇ ਨੇ ਮਿਹਨਤਾਂ ਤੇ ਬੇਨਤੀਆਂ ਕੀਤੀਆਂ ਸਨ ਕਿ ਮੈਂ ਖਾਲਸੇ ਦੇ ਨਾਲ ਲੜਾਂਗਾ ਨਹੀਂ ਕਦੀ, ਪਰ ਮੈਨੂੰ ਇਹ ਹੈ ਕਿ ਆਪਣੇ ਨਾਲ ਰੱਖੋ। ਉਦੋਂ ਸੂਬੇਦਾਰੀ ਅਦੀਨਾ ਬੇਗ ਨੂੰ ਦਿੱਤੀ ਸੀ ਜਲੰਧਰ ਦੀ, ਪਰ ਅਦੀਨਾ ਬੇਗ ਮਰ ਚੁੱਕਾ ਹੈ। ਬੇਗਮ ਜਿਹੜੀ ਸੀ ਉਹ ਸੁਸਤ ਸੀ ਤੇ
ਕਬਜ਼ਾ ਹੁਣ ਇਹਦਾ ਹੈ ਵਿਸੰਬਰ ਦਾ, ਇਸ ਕਰਕੇ ਦਬਕੇ ਮਾਰਦਾ ਹੈ ਜੀ। ਲਾਏ ਦੀਵਾਨ ਗੁਰਮਤਿ ਕੀਓ ਤੋਫ, ਉਹਨਾਂ ਨੇ ਦੀਵਾਨ ਲਾਇਆ ਸਿੰਘਾਂ ਨੇ, ਤੇ ਇੱਕ ਗੁਰਮਤਾ ਜਿਹੜਾ ਹੈ ਕਰਨਾ ਕੀਤਾ ਹੈ ਜੀ। ਮਲ ਖਤਰੀ ਮਲ ਲਿਹੋ ਰਾਜ, ਆਂਦੇ ਵੀ ਹੁਣ ਮਾਰ ਖੱਤਰੀ ਮਨ ਲਿਹੋ ਰਾਜ। ਇਹ ਖੱਤਰੀ ਦਾ ਨਾ ਮੌਤ ਵਾਲਾ ਦਿਨ ਨੇੜੇ ਆਉਂਦਾ ਪਿਆ ਹੈ। ਇਹਨੂੰ ਹੁਣ ਜਿਹੜਾ ਹੈ ਨਾ ਕਿਰਪਾਨ ਦੀ ਭੇਟਾ ਜਿਹੜੀ ਹੈ ਉਹ ਚਾੜਨਾ ਹੀ ਪੈਣਾ ਹੈ ਜੀ। ਆਇਓ ਹੋਣ ਹੈ ਖਾਲਸਾ ਕਾਜ, ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਚਨ ਕਿਹਾ ਸੀ ਨਾ, ਖਾਲਸੋ ਮੇਰੋ ਵਾਹਿਗੁਰੂ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇੱਕ ਬਚਨ ਹੋਰ ਆਉਂਦਾ ਹੈ ਜਿੱਥੇ ਆਪਾਂ ਕਹਿੰਦੇ ਖਾਲਸੇ ਦੇ ਪਰਥਾਏ ਕਿ ਰਾਜ ਕਰੇਗਾ ਖਾਲਸਾ, ਆਕੀ ਰਹੇ ਨ ਕੋਏ ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਹੋਏ। ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਚਨ ਹੁਣ ਸੱਚ ਹੋਣ ਦੇ ਨੇੜੇ ਨੇ। ਖਾਲਸੇ ਦਾ ਪ੍ਰਤਾਪ ਦਿਨੋਂ ਦਿਨ ਵੱਧ ਰਿਹਾ ਸੀ, ਇਸ ਕਰਕੇ ਸਿੰਘ ਸੋਚਦੇ ਨੇ ਕਿ ਉਹ ਬਚਨ ਹੁਣ ਪੂਰੇ ਹੋਣ ਵਾਲੇ ਨੇ, ਖਾਲਸੇ ਦਾ ਸਾਰੇ ਕਿਤੇ ਹੁਣ ਰਾਜ ਹੋਵੇਗਾ। ਇਸ ਕਰਕੇ ਹੁਣ ਇਸ ਖੱਤਰੀ ਦਾ ਜਿਹੜਾ ਹੈ ਨਾ ਸੋਧਾ ਲਾਉਣਾ ਲਾਜ਼ਮੀ ਹੈ ਜੀ। ਪਹਿਲੋ ਟਕੇ ਮੰਗੋ ਇਹ ਕੋਲ, ਤੇ ਉਹਨਾਂ ਨੇ ਹੁਣ ਇੱਕ ਤਰਤੀਬ ਵਰਤੀ ਹੈ। ਅੰਦ ਜੇ ਸਿੱਧਾ ਇਹਨੂੰ ਕੁਝ ਕਿਹਾ ਤੇ ਵਿਗਾੜ ਜ਼ਿਆਦਾ ਹੈ, ਇਹਨੂੰ ਜਿਹੜਾ ਨਾ ਉਲਟੀ ਗੇਮ ਪਾ ਕਰਕੇ ਕਿਸੇ ਤਰੀਕੇ ਦੇ ਨਾਲ ਕਹੀਏ। ਇਹਦੇ ਕੋਲੋਂ ਪਹਿਲਾਂ ਜਿਹੜੇ ਨਾ ਪੈਸੇ ਮੰਗੀਏ। ਕਾਰਨ ਕੀ ਸੀ ਪੈਸੇ ਮੰਗਣ ਦਾ? ਜਦੋਂ ਅਦੀਨਾ ਬੇਗ ਨੂੰ ਸੂਬੇਦਾਰੀ ਮਿਲੀ ਤੇ ਉਹਨੂੰ ਲੱਖਾਂ ਦੇ ਵਿੱਚ ਸਾਲਾਨਾ ਜਿਹੜਾ ਸੀ ਨਾ ਟੈਕਸ ਦੇਣਾ ਕਰ ਲਿਆ ਸੀ ਸਿੰਘਾਂ ਨੇ, ਤਰਨਾ ਦਲ ਨੇ ਤੇ ਬੁੱਢਾ ਦਲ ਦੋਵਾਂ ਨੇ, ਵੀ ਤੂੰ ਸਾਨੂੰ ਟੈਕਸ ਦਿਆ ਕਰ, ਸੂਬੇਦਾਰੀ ਤੇਰੀ, ਜਿੱਦਾਂ ਮਰਜ਼ੀ ਰਹਿ। ਹੁਣ ਅਦੀਨਾ ਬੇਗ ਮਰ ਗਿਆ ਤੇ ਇਹਨੇ ਬਿਸ਼ੰਬਰ ਨੇ ਟੈਕਸ ਦੇਣਾ ਵੀ ਭੁੱਲ ਗਿਆ ਸਿੰਘਾਂ ਨੂੰ। ਆਂਦੇ ਵੀ ਇੱਦਾਂ ਨਾ ਇਹਨੂੰ ਕੁਝ ਕਹੀਏ, ਪਹਿਲਾਂ ਜਿਹੜੀਆਂ ਗੱਲ ਤਰੀਕੇ ਨਾਲ ਇਹਨੂੰ ਪਕੜ ਦੇ ਵਿੱਚ ਲਿਆਈਏ ਤੇ ਫਿਰ ਗਾਂਹ ਵੇਖਾਂਗੇ ਕੀ ਕਰਦਾ। ਇਸ ਕਰਕੇ ਇਹਨਾਂ ਨੇ ਕਹਿੰਦੇ ਹੁਣ ਇਹਦੇ ਕੋਲ ਪੈਸੇ ਮੰਗੋ ਜੀ। ਸਿੰਘ ਕਹਿੰਦੇ ਸਾਨੂੰ ਪਤਾ ਇਹਨੇ ਪੈਸੇ ਦੇਣ ਤੋਂ ਤਾਂ ਨਾ ਕਰਦੇ ਨੇ, ਸਗੋਂ ਅੱਗੋਂ ਜਿਹੜਾ ਹੈ ਬੋਲ ਕਬੋਲ ਬੋਲੇਗਾ ਜੀ। ਉਦੋਂ ਖਾਲਸੇ ਨੇ ਵੀ ਆਪਣੇ ਵੱਲੋਂ ਇੱਕ ਚਿੱਠੀ ਜਿਹੜੀ ਹੈ ਕੁਹਾਰ ਦੇ ਹੱਥੀ ਇਹਨੂੰ ਜਾ ਜਿਹੜੀ ਹੈ ਪਕੜਾਈ ਹੈ ਜੀ। ਆਂਦੇ ਖਾਲਸਾ ਕਹਿੰਦਾ ਓਏ ਬਿਸੰਬਰ ਸਿਆ ਸਾਡੀ ਗੱਲ ਸੁਣ, ਜੇ ਤੂੰ ਚਾਹੁੰਦਾ ਹੈ ਆਪਣੀ ਜਾਨ ਤੇਰੀ ਬਖਸ਼ ਦਿੱਤੀ ਜਾਵੇ, ਜੇ ਤੂੰ ਸੂਬੇਦਾਰੀ ਕਰਨੀ ਚਾਹੁੰਦਾ ਹੈ ਇਸ ਮੁਲਕ ਦੇ ਉੱਤੇ, ਜਲੰਧਰ ਦੁਆਬੇ ਦੇ ਉੱਤੇ, ਤੇਰੀ ਦੀਵਾਨਗੀ ਜਿਹੜੀ ਹੈ ਉਹ ਆਪਾਂ ਰਹਿਣ ਦੇਵਾਂਗੇ। ਪਰ ਗੱਲ ਇਹ ਹੈ ਵੀ ਜੇ ਪਹਿਲਾਂ ਟਕਾ ਪਰ ਜਿਹੜਾ ਅਦੀਨਾ ਬੇਗ ਨੇ ਸਾਡੇ ਨਾਲ ਕਰਾਰ ਕੀਤਾ ਸੀ ਉਹ ਪੈਸੇ ਸਾਨੂੰ ਦੇਣੇ ਕਰ। ਉਦੋਂ ਬਿਸੰਬਰ ਫਿਰ ਜਿਹੜਾ ਸੀ ਨਾ ਅੱਗੋਂ ਜਵਾਬ ਦਿੰਦਾ ਹੈ ਜੀ। ਇਹਨੂੰ ਪਤਾ ਸੀ ਵੀ ਦਲ ਅੱਧਾ ਅੱਧਾ ਹੋਇਆ ਪਿਆ, ਤਰਨਾ ਦਲ ਮਾਝੇ ਚ, ਦੁਆਬੇ ਚ ਜਿਹੜਾ ਬੁੱਢਾ ਦਲ ਹੈ। ਕਹਿੰਦਾ ਜਦੋਂ ਕਿਤੇ ਤੁਸੀਂ ਇਕੱਠੇ ਹੋਵੋਗੇ ਨਾ ਸਾਰੀਆਂ ਮਿਸਲਾਂ, ਮੈਂ ਉਦੋਂ ਪੈਸੇ ਦੇਵਾਂਗਾ, ਹੁਣ ਮੇਰੇ ਕੋਲ ਪੈਸੇ ਹੰਨੀ ਹੈ। ਨਿਕਲ ਦੁਆਬਿਓ ਜਹੋ ਕਹੂ ਔਰ, ਇਸ ਕਰਕੇ ਤੁਸੀਂ ਦੁਆਬਿਓ ਨਿਕਲ ਜਾਓ, ਕਿਤੇ ਹੋਰ ਜਾ ਕੇ ਬੈਠੋ, ਜਿੱਥੇ ਬੈਠੋਗੇ ਫਿਰ ਉੱਥੇ ਤੁਹਾਨੂੰ ਜਿਹੜੇ ਪੈਸੇ ਪਹੁੰਚਾ ਦੇਵਾਂਗਾ। ਹਾਂਜੀ, ਉੱਥੇ ਮੈਂ ਟਕੇ ਘਲਾ ਦੇਵਾਂਗਾ ਜਿੱਥੇ ਤੁਸੀਂ ਜਾ ਕੇ ਡੇਰਾ ਕਰੋਗੇ। ਦੋਹਰਾ ਤਬ ਖਾਲਸੇ ਨੇ ਲਿਖ ਖਲਿਓ ਜੋ ਅਬ ਦੇਵੈ ਨਾਹੀ। ਸਿੰਘ ਸਿਆਣੇ ਸਨ, ਜਿਹੜਾ ਘਰ ਆਏ ਨੂੰ ਪੈਸੇ ਨਹੀਂ ਦੇਣ ਡਿਆ ਤੇ ਉਹ ਬਾਅਦ ਜਦੋਂ ਆੜਾ ਟਾਰਾ ਕਰ ਦਿੰਦਾ, ਕੱਲ ਆਈ ਪਰਸੋਂ ਆਈ, ਫਿਰ ਕਿੱਥੇ ਹੁੰਦੇ ਪੈਸੇ ਵਾਲੇ ਹੱਥ। ਬੰਦੇ ਮਰ ਜਾਵਣ ਤੇ ਜਾਇਦਾਦਾਂ ਦੀਆਂ ਜਾਇਦਾਦਾਂ ਕੁਰਕ ਹੋ ਜਾਂਦੀਆਂ ਸੰਗਤ ਜੀ। ਪਤਾ ਨਹੀਂ ਕਿਹਦੇ ਲੈਣੇ ਸੀ ਕਿਹਦੇ ਦੇਣੇ ਸੀ, ਪਤਾ ਹੀ ਨਹੀਂ ਲੱਗਦਾ। ਤੇ ਸਿੰਘ ਕਹਿੰਦੇ ਭਲਿਆ ਤੂੰ ਇੱਥੇ ਦੁਆਬੇ 'ਚ ਰਹਿੰਦਿਆਂ ਹੋਇਆਂ ਸਾਨੂੰ ਟਿਕਣ ਨਹੀਂ ਦੇਂਦਿਆਂ ਤੇ ਇੱਥੇ ਪੈਸੇ ਨਹੀਂ ਦੇਣ ਦੀ ਹਾਂ ਕਰਦਾ ਤੇ ਦੁਆਬਾ ਛੱਡ ਦਿੱਤਾ, ਤੇ ਫਿਰ ਤੂੰ ਪੈਸੇ ਕਿੱਥੋਂ ਦੇਣੇ ਨੇ? ਕਾੜ ਦੁਆਬੇ ਤੇ ਅਸਾਂ ਕਬ ਤੂੰ ਫਿਰ ਪਹੁੰਚਾਏ। ਸਾਨੂੰ ਦੁਆਬਿਓਂ ਕੱਢ ਕੇ ਪੈਸੇ ਕਦੋਂ ਪਹੁੰਚਾਏਗਾ? ਇਹ ਤੇ ਗੱਲ ਨਹੀਂ ਕੋਈ ਬਣਦੀ ਜੀ। ਚੌਪਈ ਕਹਿਓ ਖਾਲਸਾ ਤੂੰ ਚੌਕਸ ਹੋਏ। ਇਸ ਕਰਕੇ ਤੈਨੂੰ ਹੁਣ ਖਾਲਸੇ ਨੇ ਆ ਸੱਦਾ ਦੇ ਦਿੱਤਾ ਹੀ, ਹੁਣ ਤੂੰ ਚੌਕਸ ਹੋ ਜਾ, ਫਿਰ ਨਾ ਕਹੀਂ ਸਾਨੂੰ ਕਹੀ ਨਹੀਂ ਖਬਰ ਕਰੀ ਨਹਿ ਮੋਹੇ। ਕਿਤੇ ਇਹ ਨਾ ਹੋਵੇ ਤੇ ਕਈ ਕਿ ਖਾਲਸੇ ਨੇ ਪਿੱਠ ਤੇ ਵਾਰ ਕੀਤਾ ਹੈ। ਖਾਲਸਾ ਪਹਿਲਾਂ ਜਿਹੜਾ ਹੈ ਨਾ ਉਹ ਆਵਾਜ਼ ਦਿੰਦਾ ਹੈ ਵੀ ਲੈ ਬਚਾ ਲਾ, ਕਹਿੰਦੇ ਖਾਂ ਵਾਰ ਕਰ ਬਾਬਾ
ਵਾਰ ਡੱਕਦਾ ਹੈ ਤੇ ਜਦੋਂ ਹਾਰ ਗਿਆ ਫਿਰ ਬਾਬਾ ਕਹਿੰਦਾ ਇਦਾਂ ਨੇ ਇਦਾਂ ਵਾਰ ਹੁੰਦਾ ਹੈ। ਇੱਥੇ ਵਿਸੰਬਰ ਨੂੰ ਇਹ ਸਮਝਾਉਣ ਦਾ ਯਤਨ ਕਰ ਰਹੇ ਨੇ ਸਿੰਘ ਕਿ ਵਿਸੰਬਰ ਦਾਸ ਸੁਧਰ ਜਾ ਤੂੰ, ਆਪਾਂ ਤੈਨੂੰ ਹੁਣ ਵਾਰਨਿੰਗ ਦੇ ਦਿੱਤੀ ਹੈ, ਫਿਰ ਨਾ ਕਹੀ ਵੀ ਸਿੰਘ ਚੜ ਕੇ ਆ ਗਏ ਨਾ, ਚੜ੍ਹਾਈ ਕਰਤੀ ਤੇਰੇ ਤੇ, ਤੈਨੂੰ ਦੱਸ ਕੇ ਆਉਣ ਲੱਗੇ ਹਾਂ ਤੇ ਜੇ ਸੰਭਲ ਸਕਦਾ ਤੇ ਸੰਭਲ ਲੈ। ਦੀਨਾ ਬੇਗ ਕੋ ਤੋ ਕਰਾਰ, ਦੀਨਾ ਬੇਗ ਨੇ ਜਿਹੜਾ ਕਰਾਰ ਕੀਤਾ ਹੈ ਪੈਸੇ ਦੇਣ ਦਾ, ਲੜੂੰਗੋ ਨਹੀਂ ਮੈਂ ਖਾਲਸੇ ਨਾਲ ਉਹਨੇ ਇਹ ਵੀ ਕਿਹਾ ਸੀ ਕਿ ਮੈਂ ਜਿੰਨਾ ਚਿਰ ਸੂਬੇਦਾਰੀ ਕਰਾਂਗਾ ਮੇਰਾ ਪਰਿਵਾਰ ਇੱਥੇ ਵਸੇਗਾ, ਅਸੀਂ ਖਾਲਸੇ ਦੇ ਨਾਲ ਕਦੀ ਨਹੀਂ ਲੜਾਂਗੇ। ਜਾਤੇ ਖਬਰ ਦੇਈ ਤੁਮੇ ਕਰ, ਇਸ ਕਰਕੇ ਤੈਨੂੰ ਹੁਣ ਉਹ ਸਾਰੀਆਂ ਕਹਾਣੀਆਂ ਵੀ ਦੱਸ ਦਿੱਤੀਆਂ ਤੇ ਇਹ ਵੀ ਖਬਰ ਦੱਸ ਦਿੱਤੀ ਹੈ। ਭਾਵੇਂ ਵਿਲਪੋ ਭਾਵੇਂ ਲੜ ਮਾਰੇ, ਹੁਣ ਤੇਰੀ ਮਰਜ਼ੀ ਹੈ, ਭਾਵੇਂ ਗਲ ਵਕੜੀ ਦੇ ਨਾਲ ਲਾਲਾ ਸਿੰਘਾਂ ਨੂੰ ਤੇ ਭਾਵੇਂ ਸਿੰਘਾਂ ਦੀਆਂ ਤਲਵਾਰਾਂ ਦੇ ਅੱਗੇ ਹੋ ਜਾ। ਵਿਸੰਬਰ ਕਹੀ ਆਓ ਤੁਮ ਮਾਰਨ, ਇਹ ਵੀ ਬੜਾ ਅੜਬ ਸੀ। 25,000 ਦੀ ਫੌਜ ਇੱਕ ਰਾਜੇ ਨਾਲ ਰਲੇ ਹੋਏ ਨੇ ਤੇ ਮਨ ਦੇ ਅੰਦਰ ਹੰਤਾ ਹੈ, ਹੰਕਾਰ ਹੈ। ਕਹਿੰਦਾ ਆਓ ਮੈਂ ਵੀ ਮਾਰਨ ਨੂੰ ਅੱਗੋਂ ਤਿਆਰ ਹਾਂ ਤੁਹਾਨੂੰ। ਹਮਕੋ ਕਹੋ ਤੁਮ ਆਪ ਸੰਭਾਲ, ਉਹ ਤੁਸੀਂ ਮੈਨੂੰ ਕਹਿੰਦੇ ਹੋ ਸਿੰਘੋ ਵੀ ਸੰਭਲ ਜਾ, ਅੱਗੋਂ ਮੈਂ ਤੁਹਾਨੂੰ ਕਹਿਣਾ ਪਿਆ ਕਿ ਤੁਸੀਂ ਸੰਭਲੋ। ਵਿਸੰਬਰ ਚੜਨ ਲੱਗਾ ਤੁਹਾਡੇ ਉੱਤੇ, ਮੈਂ ਆਇਓ ਤੁਮ ਕਰੋ ਸੰਭਾਲ, ਮੈਂ ਆਉਣ ਲੱਗਾ, ਕਰੋ ਆਪਣੀ ਸੰਭਾਲ। ਕਿੱਦਾਂ ਕਰ ਸਕਦੇ ਜੇ? ਤੁਹਾਡਾ ਇੱਕ ਇੱਕ ਨੂੰ ਮੈਂ ਜਿਹੜਾ ਹੈ ਨਾ ਉਹ ਚਣੇ ਚਬਾਵਾਂਗਾ। ਭਲੇ ਜਹੋ ਹੋਗਾ ਦੁਆਬੋ ਪਾਰ, ਜੇ ਤੁਸੀਂ ਚਾਹੁੰਦੇ ਜੇ ਆਪਣਾ ਭਲਾ ਤੇ ਆ ਦੁਆਬੇ ਦਾ ਇਲਾਕਾ ਛੱਡ ਕੇ ਕਿਤੇ ਦੂਰ ਨਿਕਲ ਜਾਓ, ਇਮ ਦੋ ਵੱਲ ਵਹੀਸਾ ਕਰੈ, ਨਹੀਂ ਤਾਂ ਫਿਰ ਜਿਹੜਾ ਹੈ ਇਮ ਦੋ ਵੱਲ ਬਹਿਸਾ ਕਰੇ ਵਾਹਿਗੁਰੂ। ਇਦਾਂ ਦੋਵਾਂ ਦੇ ਵਿੱਚ ਜਿਹੜੀ ਹੈ ਉਹ ਬਹਿਸ ਬਸਾਈ ਹੋ ਰਹੀ ਹੈ ਜੀ। ਦੋ ਵੱਲ ਤੇ ਦੋ ਨ ਟਰੈ, ਦੋਵਾਂ ਪਾਸਿਓਂ ਕੋਈ ਵੀ ਨਹੀਂ ਮੁੜਦਾ ਪਿਆ। ਸਿੰਘ ਵੀ ਆਪਣੇ ਜਿਹੜੇ ਨੇ ਨਿਸ਼ਾਨੇ ਤੇ ਉੱਤੇ ਨੇ ਤੇ ਇੱਧਰ ਇਹ ਵੀ ਹੰਕਾਰੀ ਹੋਇਆ ਫਿਰਦਾ ਹੈ। ਬੁਰਾ ਹੋਣ ਖਤਰੀ ਕੋ ਆਇਆ, ਸੋ ਗੁਰੂ ਕੀ ਸੰਗਤ ਜੀ ਇਸ ਖੱਤਰੀ ਦਾ, ਇਸ ਵਿਸੰਬਰ ਦਾ ਹੁਣ ਬੁਰਾ ਸਮਾਂ ਜਿਹੜਾ ਹੈ ਉਹ ਆ ਗਿਆ ਹੈ ਜੀ। ਖਾਲਸੇ ਹੋੜੋਂ ਪਇਓ ਸੁਭਾਇਆ, ਖਾਲਸਾ ਹੁਣ ਦਿਨੋਂ ਦਿਨ ਵੱਧ ਰਿਹਾ ਹੈ, ਸਵਾਇਆ ਭਾਵ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਜੀ। ਉੜ ਮਿਲ ਟਾਂਡਾ ਟਿਕ ਕਰੇ ਡੇਰੋ, ਖਾਲਸੇ ਨੇ ਕੀ ਕੀਤਾ? ਉੜਮੁੜ ਟਾਂਡਾ। ਸੁਣਿਆ ਹੈ ਆਪ ਜੀ ਨੇ। ਇੱਧਰੋਂ ਜਦੋਂ ਬੇਗੋਵਾਲ ਭਲੱਥ ਥਾਣੀ ਆਪਾਂ ਜਾਂਦੇ ਹਾਂ ਸ਼੍ਰੀ ਹਰਗੋਬਿੰਦਪੁਰੇ ਨੂੰ, ਦਸੂਹਾ ਹੁਸ਼ਿਆਰਪੁਰ ਦਾ ਇਲਾਕਾ ਵੱਜਦਾ ਹੈ ਤੇ ਉੱਥੇ ਜਾ ਕਰਕੇ ਉੜਮੁੜ ਟਾਂਡੇ, ਟਾਂਡਾ ਵੱਖਰਾ ਹੈ, ਉੜਮੁੜ ਜਿਹੜਾ ਹੈ ਉਹ ਵੱਖਰਾ ਹੈ। ਰਲ ਮਿਲ ਕੇ ਦਾ ਨਾਮ ਪ੍ਰਚਲਿਤ ਹੋਇਆ ਉੜਮੁੜ ਟਾਂਡਾ। ਤੇ ਇੱਥੇ ਆ ਕੇ ਸਿੰਘਾਂ ਨੇ ਡੇਰਾ ਕੀਤਾ ਜੀ। ਕੀਓ ਸਿੰਘਨ ਸਯੋ ਜਹ ਵੱਟ ਭੇਰੋ, ਤੇ ਹੁਣ ਸਿੰਘਾਂ ਨੇ ਜਿਹੜਾ ਸੀ ਨਾ ਇਸ ਵਿਸੰਬਰ ਦੇ ਨਾਲ ਦੋ ਹੱਥ ਕਰਨ ਦੀ ਸੋਚ ਲਈ ਹੈ ਜੀ। ਦੋਹਰਾ ਦੀਨਾ ਬੇਗ ਕੇ ਮੂਹੇ ਤੇ ਫੌਜ ਦੂਨੀ ਕਰੀ ਤਿਆਰ, ਕਿਉਂਕਿ ਇਹਨੇ ਦੀਨਾ ਬੇਗ ਦੇ ਮਰਨ ਤੋਂ ਬਾਅਦ ਆਪਣੀ ਫੌਜ ਦੂਣੀ ਕਰ ਲਈ ਸੀ, ਵਧਾ ਲਈ ਸੀ ਵਿਸੰਬਰ ਨੇ। 200 ਦੇਖ ਕਰ ਬਤ ਭਇਓ, ਨਾਨਕ ਗੁਮ ਕਰ ਰਿਓ ਪਹਾੜ, ਇਸ ਕਰਕੇ ਦੇ ਮਨ ਦੇ ਵਿੱਚ ਹੰਗਤਾ ਤੇ ਹੰਕਾਰ ਆ ਚੁੱਕੀ ਸੀ ਤੇ ਹੋਰ ਵੀ ਜਿਹੜਾ ਹੰਕਾਰੀ ਇਸ ਕਰਕੇ ਹੋ ਗਿਆ ਸੀ ਕਿ ਜਿਹੜੇ ਪਹਾੜੀ ਰਾਜੇ ਸਨ, 7 ਬਾਈਆਂ ਜਿਹੜੀਆਂ ਸਨ, ਧਾਰਾਂ ਜਿਹੜੀਆਂ ਪੰਜਾਬ 'ਚ ਸਨ, ਉਹਨਾਂ ਦਾ ਵੀ ਇਹਦੇ ਸਿਰ ਦੇ ਉੱਤੇ ਹੱਥ ਸੀ। ਚੌਪਈ ਸਿੰਘਨ ਕੀ ਉਨ ਖਬਰ ਮੰਗਾਈ, ਉਹਨੇ ਸਿੰਘਾਂ ਦੀ ਫਿਰ ਜਿਹੜੀ ਹੈ ਨਾ ਵਿਸੰਬਰ ਨੇ ਸੂਹ ਜਿਹੜੀ ਹੈ ਉਹ ਕੱਢਣੀ ਕੀਤੀ ਹੈ। ਗਏ ਪਿੰਡ ਸਿੰਘ ਲੁੱਟਣ ਤਾਈ, ਉਹਨੇ ਸੋਚਿਆ ਕਿ ਜਿਹੜੀ ਸੂਹ ਮੰਗਾਈ ਹੈ ਇਹਦੇ ਵਿੱਚ ਕੀ ਮਿਲਿਆ ਇਹਨੂੰ, ਕਿ ਸਿੰਘ ਜਿਹੜੇ ਸਨ ਹੋਰ ਕਿਤੇ ਛੋਟੀ ਮੋਟੀ ਮਾਰ ਦੇ ਉੱਤੇ ਨਿਕਲੇ ਸਨ ਤੇ ਜਿੱਥੇ ਉੜਮੁੜ ਟਾਂਡੇ, ਜਿੱਥੇ ਇਹਨਾਂ ਨੇ ਰਿਹਾਇਸ਼ ਕੀਤੀ ਸਿੰਘਾਂ ਨੇ ਡੇਰਾ ਲਾਇਆ ਸੀ, ਉੱਥੇ ਪਿੱਛੇ ਥੋੜੇ ਬਹੁਤੇ ਸਿੰਘ ਜਿਹੜੇ ਸਨ ਰਹਿ ਗਏ ਸਨ ਜੀ। ਡੇਰਾ ਲਈਏ ਉਨ ਕੋ ਮਾਰ, ਇਸ ਤਰ੍ਹਾਂ ਸੋਚਦਾ ਹੈ ਕਿ ਸਿੰਘ ਪਿੱਛੇ ਥੋੜੇ ਰਹਿ ਗਏ, ਬਾਕੀ ਸਿੰਘ ਜਿਹੜੇ ਹੋਰ ਮੁਹਿੰਮ ਤੇ ਨਿਕਲੇ ਹੋਏ ਨੇ ਤੇ ਉਹ ਡੇਰਾ ਜਿਹੜਾ ਹੈ ਨਾ ਉੜਮੁੜ ਵਾਲਾ, ਉਹਨੂੰ ਪਹਿਲਾਂ ਲੁੱਟਲਾਂ ਕਰਾਂ ਮੈਂ। ਸੋਚੜ ਦੌੜਿਓ ਇਤਾ ਵਿਚਾਰ, ਇਸ ਤਰ੍ਹਾਂ ਇਹਨੇ ਦੀਨਾਨਗਰ ਤੋਂ ਜਿਹੜਾ ਹੈ ਨਾ ਸਭ ਤੋਂ ਪਹਿਲਾਂ ਉੜਮੁੜ ਟਾਂਡੇ ਨੂੰ ਜਿਹੜਾ ਸੀ ਨਾ ਉਹ ਆਪਣੇ ਘੋੜਿਆਂ ਦੀ ਰਫ਼ਤਾਰ ਦੌੜਾ ਦਿੱਤੀ ਹੈ ਜੀ। ਦਇਓ ਟਿੰਡ ਜਿਮ ਉਨ ਦਲ ਤੋਰ, ਏਦਾਂ ਨਿਕਲਿਆ ਜਿੱਦਾਂ ਟਿੱਡੀ ਦਲ ਜਿਹੜਾ ਹੈ ਦੌੜ ਕੇ ਪੈਂਦਾ ਹੈ ਕਿਸੇ ਉੱਤੇ। ਜਟ ਕਿਉ ਵਹ ਸਿੰਘਨ ਕੋਰ, ਉਹ ਸਿੰਘਾਂ ਦੇ ਉਸ ਡੇਰੇ ਦੇ ਉੱਤੇ ਜਾ ਕੇ ਜਿਹੜਾ ਉਹਨੇ ਬੜਾ ਭਾਰੀ ਹਮਲਾ
ਕਰ ਦਿੱਤਾ। ਅੱਗੇ ਸਿੰਘਨ ਕਰੀ ਤਿਆਰੀ, ਅੱਗੇ ਸਿੰਘਾਂ ਨੇ ਥੋੜੀ ਬਹੁਤੀ ਤਿਆਰੀ ਹੈਗੀ ਸੀ, ਥੋੜੀ ਬਹੁਤੀ ਨਹੀਂ ਹੈਗੀ ਸੀ, ਇਸ ਕਰਕੇ ਉਹ ਅਣਜਾਣ ਸਨ ਜੀ। ਉੱਤੇ ਸਿੰਘ ਤਹ ਥੋੜੇ ਘਾਰੀ, ਕਿਉਂਕਿ ਉੱਥੇ ਸਿੰਘ ਜਿਹੜੇ ਸਨ ਨਾ ਉਹ ਥੋੜੇ ਸਨ ਡੇਰੇ ਦੇ ਵਿੱਚ। ਇੱਕ ਬਾਰ ਸਿੰਘ ਪਿੱਛੇ ਉਨ ਮੋੜੇ, ਇੱਕ ਵਾਰ ਤਾਂ ਇਹਨੇ ਬੜਾ ਜ਼ਬਰਦਸਤੀ ਹਮਲਾ ਕੀਤਾ ਤੇ ਸਿੰਘਾਂ ਦੇ ਪੈਰ ਉਖੜ ਗਏ। ਚਾੜ ਦੀਏ ਸਿਰ ਸਿੰਘਨ ਘੋੜੇ, ਉਹਨੇ ਸਿੰਘਾਂ ਦੇ ਸਿਰ ਉੱਪਰ ਕਹਿ ਲਈਏ ਕਿ ਘੋੜੇ ਜਿਹੜੇ ਚਾੜ ਦਿੱਤੇ, ਭਾਵ ਬੜਾ ਭਾਰੀ ਹਮਲਾ ਕੀਤਾ। ਸਰਦਾਰਨ ਸਿਰ ਖੜ ਖਾਈ ਮਾਰ, ਤੇ ਉਹਨੇ ਜਿਹੜਾ ਸੀ ਨਾ ਜਦੋਂ ਇਦਾਂ ਪਹਾੜੀ ਹਮਲਾ ਕੀਤਾ ਤੇ ਦੂਜੇ ਪਾਸੇ ਜਿਹੜੇ ਮੁਹਿੰਮ ਦੇ ਲਾਗੇ ਛਾਗੇ ਨਿਕਲੇ ਹੋਏ ਸਨ ਸਿੰਘ, ਉਹਨਾਂ ਵੇਖਿਆ ਕਿ ਗੋਲੀਆਂ ਦੀਆਂ ਆਵਾਜ਼ਾਂ ਚੱਲਣ ਦੀਆਂ ਆ ਰਹੀਆਂ ਨੇ ਤੇ ਇਹ ਤੇ ਕੋਈ ਜਿਹੜੀ ਹੋਣੀ ਜਿਹੜੀ ਹੈ ਲੱਗਦਾ ਹੋ ਹੀ ਗਈ ਹੈ। ਇਸ ਕਰਕੇ ਉਹਨਾਂ ਦੇ ਕੰਨਾਂ ਦੇ ਵਿੱਚ ਜਦੋਂ ਇਹ ਆਵਾਜ਼ਾਂ ਪਈਆਂ ਹਨ ਜੀ, ਸੁਨ ਖੜਕੋ ਸਿੰਘ ਆਏ ਹਜ਼ਾਰ, ਤੇ ਉਸੇ ਵੇਲੇ ਸਿੰਘਾਂ ਨੇ ਆਪਣੀਆਂ ਪੌੜਾਂ ਘੋੜਿਆਂ ਦੀਆਂ ਵਾਪਸ ਮੋੜੀਆਂ ਤੇ ਇਹਦੇ ਵੱਲ ਨੂੰ ਜਿਹੜੇ ਹੋ ਤੁਰੇ ਹਨ ਜੀ। ਜਿਮ ਸੁਲਭੀ ਪਰ ਤਲੀਆ ਭਰੇ, ਆਂਦੇ ਜਿਵੇਂ ਲੋ ਦੇ ਉੱਤੇ ਦੀਵੇ ਦੇ ਉੱਤੇ ਰੋਸ਼ਨੀ ਦੇ ਉੱਤੇ ਭੰਬੱਕੜ ਨਹੀਂ ਆ ਜਾਂਦੇ, ਏਦਾਂ ਸਿੰਘਾਂ ਨੇ ਫਿਰ ਇੱਕਦਮ ਜਿਹੜਾ ਹੈ ਵਿਸੰਬਰ ਦੇ ਉੱਤੇ ਹਮਲਾ ਬੋਲਿਆ। ਮਾਨ ਸਿੰਘਨ ਸੋ ਮੋਹਰਾ ਧਰੇ, ਸਿੰਘਾਂ ਨੇ ਵੀ ਫਿਰ ਇਹੋ ਜਿਹਾ ਜ਼ਬਰਦਸਤ ਹੱਲਾ ਬੋਲਿਆ ਕਿ ਇਹਦੀ ਫੌਜ ਦੇ ਪੈਰ ਉਖੜ ਗਏ ਜੀ। ਕਦੇ ਵਿਸੰਬਰ ਮਨ ਮੈਂ ਧਾਰੀ, ਉਦੋਂ ਸਿਵੰਬਰ ਨੇ ਜਿਹੜੀ ਸੀ ਨਾ ਆਪਣੇ ਮਨ ਦੇ ਵਿੱਚ ਇਸ ਗੱਲ ਨੂੰ ਧਾਰਨ ਕੀਤਾ। ਨਠੀ ਫੌਜ ਸਿੰਘਨ ਤਹਾਰੀ, ਸੋਚਦਾ ਮੇਰੀ ਫੌਜ ਤਾਂ ਜਿਹੜੀ ਹੈ ਸਿੰਘਾਂ ਨੇ ਜਿਹੜੀ ਪੁੱਠੇ ਪੈਰੀ ਮੋੜ ਦਿੱਤੀ, ਇਹ ਤੇ ਮੇਰੇ ਨਾਲ ਉਲਟੀ ਪੈ ਗਈ ਹੈ ਜੀ। ਦੋਹਰਾ ਵਿਸੰਬਰ ਘੋੜੇ ਛੋੜ ਤੋ, ਖੜ ਰਹਿਓ ਰਣ ਭੂਮ ਮੰਝਾਰ, ਇਹ ਘੋੜੇ ਤੋਂ ਉਤਰ ਕਰਕੇ ਨਾ ਤੇ ਭੂਮੀ ਦੇ ਉੱਤੇ ਭਾਵ ਧਰਤੀ ਤੇ ਖਲੋ ਗਿਆ ਹੈ ਜੀ। ਕਰ ਹੱਲਾ ਸਿੰਘ ਆਏ ਭਰੇ, ਸਿਰ ਦੀਨੋ ਉਸਾ ਉਤਾਰ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਂਦੇ ਯੁੱਧ ਚੱਲ ਰਿਹਾ ਸੀ, ਬੜੀ ਭਾਰੀ ਲੜਾਈ ਹੋਈ ਤੇ ਕਿਸੇ ਸਿੰਘ ਦੀ ਤਲਵਾਰ ਨੇ ਇਸ ਵਿਸੰਬਰ ਦਾ ਸਿਰ ਜਿਹੜਾ ਸੀ ਧੜ ਨਾਲੋਂ ਅਲੱਗ ਕਰ ਦਿੱਤਾ ਜੀ। ਮਾਰ ਵਿਸੰਬਰ ਜਗ ਲਿਓ, ਪਰੀ ਫੌਜ ਮੈਂ ਲੂ, ਵਿਸੰਬਰ ਨੂੰ ਮਾਰ ਕਰਕੇ ਫਿਰ ਇਹਨੇ ਫੌਜ ਨੇ ਜਿਹੜਾ ਸੀ ਨਾ ਹੁਣ ਲੁੱਟਣਾ ਸ਼ੁਰੂ ਕੀਤਾ ਹੈ ਜੀ। ਘੋੜੇ ਤੰਬੂ ਬੋਲਟੇ, ਮਾਲ ਭਰੇ ਅੱਲੇ ਊਠ, ਘੋੜੇ ਤੰਬੂ ਊਠ ਆਦਿਕ ਬਹੁਤ ਸਮਿਆਨਾ ਲੁੱਟਿਆ ਹੈ ਜੀ। ਚੌਪਈ ਹਜ਼ਾਰ ਪੀਸਕ ਊਠ ਘੋੜਾ ਰਲਾਇਆ, ਆਂਦੇ ਗਿਣਤੀ ਆਈ ਹੈ ਉਸ ਸਮੇਂ 20,000 ਊਠ ਤੇ ਘੋੜਾ ਜਿਹੜਾ ਸੀ ਆਪਣੀ ਫੌਜ ਦੇ ਵਿੱਚ ਖੋਹ ਕਰਕੇ ਲੁੱਟ ਕਰਕੇ ਸਿੰਘਾਂ ਨੇ ਰਲਾ ਲਿਆ। ਭਰਾ ਭਰਾਇਓ ਡੇਰਾ ਮਿਲਾਇਆ, ਉਹ ਭਰਿਆ ਭਰਾਇਆ ਜਿਹੜਾ ਵਿਸੰਬਰ ਦਾ ਡੇਰਾ ਸੀ ਨਾ ਉਹ ਇਹਨਾਂ ਨੂੰ ਮਿਲ ਗਿਆ। ਵਿੱਚ ਬਾਜ਼ਾਰ ਝੀਜ ਸੀ ਕਨੀ, ਜਿਹੜੇ ਸਰਕਾਰੀ ਬਾਜ਼ਾਰ ਸੀ ਉਹ ਵੀ ਇਹਨਾਂ ਨੇ ਹੁਣ ਜਿਹੜੀਆਂ ਉੱਥੋਂ ਚੀਜ਼ਾਂ ਲੁੱਟਣੀਆਂ ਸ਼ੁਰੂ ਕੀਤੀਆਂ। ਸੋ ਲੁਟੇਰਨ ਸਿੰਘਨ ਬਣੀ, ਉਸ ਸਮੇਂ ਆਂਦੇ ਹਨ ਸਿੰਘਾਂ ਨੂੰ ਇਸ ਤਰ੍ਹਾਂ ਇਹ ਗੱਲ ਬਣਦੀ ਜਾਤੀ ਹੈ। ਤੋਸਰ ਖਾਨਾ ਖਾਸ ਦੀਵਾਨ, ਜਿਹੜਾ ਦੀਵਾਨ ਦਾ ਖਾਸ ਤੋਸਾ ਖਾਨਾ ਸੀ ਉਹ ਵੀ ਲੁੱਟ ਲਿਆ ਸਿੰਘਾਂ ਨੇ। ਜਿਨ ਟਹਿਆਇਓ ਚੱਕਿਓ ਉਠਾਨ, ਜਿਹਦੇ ਹੱਥ ਜੋ ਜੋ ਲੱਗਾ ਉਹਨੇ ਉਹ ਉਠਾ ਲਿਆ ਜੀ। ਸ਼ਸਤਰਹੀਨ ਜੋ ਸਿੰਘ ਪਿਆਰੇ, ਜਿਹੜੇ ਸਿੰਘ ਸ਼ਸਤਰਾਂ ਤੋਂ ਹੀਣੇ ਸਨ, ਭਾਵ ਜਿਨ੍ਹਾਂ ਕੋਲ ਸ਼ਸਤਰ ਨਹੀਂ ਸਨ। ਉਸ ਸਮੇਂ ਗੁਰ ਕੀ ਸੰਗਤ ਜੀ ਜਿਹੜੇ ਆਮ ਨਹੀਂ ਸੀ ਸਿੰਘਾਂ ਕੋਲੋਂ ਸ਼ਸਤਰ ਵੀ ਹੋਇਆ ਕਰਦੇ, ਕਿਉਂਕਿ ਟੇੜ ਕਸ਼ਹਿਰਾ ਸਿਰ ਤੇ ਭਰਨਾ ਤੇ ਗਾਤਰੇ ਕਿਰਪਾਨ ਇੱਥੋਂ ਤੱਕ ਹੁੰਦਾ ਸੀ ਸਿੰਘਾਂ ਕੋਲੋਂ। ਪਰ ਕਈਆਂ ਕੋਈ ਵੀ ਜਿਹੜਾ ਸੀ ਆਪਣੇ ਸ਼ਸਤਰ ਨਹੀਂ ਸੀ ਹੁੰਦੇ, ਜੋ ਜੰਗਾਂ ਮੁਹਿੰਮਾਂ ਤੇ ਨਿਕਲਣਾ ਬਸ ਉਦੋਂ ਹੀ ਕੁਝ ਮਿਲ ਜਾਣਾ ਤੇ ਉਹ ਸ਼ਸਤਰ ਜਿਹੜੇ ਸੀ ਵਰਤ ਲੈਂਦੇ ਸਨ। ਤਿੰਨੇ ਸ਼ਸਤਰ ਬਹੁ ਸੰਭਾਲੇ, ਉਹਨਾਂ ਨੇ ਵੀ ਸ਼ਸਤਰ ਜਿਹੜੇ ਸਨ ਸਾਂਭ ਲਏ ਜੀ। ਕਈਆਂ ਨੇ ਘੋੜੇ ਦੋਏ ਦੋਏ ਫੜੇ, ਕਈਆਂ ਨੇ ਦੋ ਦੋ ਘੋੜੇ ਆਪਣੇ ਕੋਲ ਰੱਖ ਲਏ। ਇੱਕ ਛੱਡ ਮੰਦੇ ਚੰਗਨ ਪੈ ਚੜੇ, ਜਿਹੜੇ ਮਾੜੇ ਘੋੜੇ ਸਨ ਉਹਨਾਂ ਨੂੰ ਛੱਡ ਦਿੱਤਾ ਤੇ ਚੰਗੇ ਘੋੜੇ ਆਪਣੇ ਕਬਜ਼ੇ 'ਚ ਕਰ ਲਏ। ਕਈਆਂ ਕੇ ਹੱਥ ਪੜੇ ਹਥਿਆਰ, ਕਈਆਂ ਦੇ ਹੱਥਾਂ ਦੇ ਵਿੱਚ ਕਾਫੀ ਭਾਰੀ ਮਾਤਰਾ ਦੇ ਵਿੱਚ ਹਥਿਆਰ ਲੱਗੇ ਹਨ। ਭਏ ਦਲਿਦਰੋ ਕਈ ਇਮਪਾਰ, ਇਸ ਤਰ੍ਹਾਂ ਸਿੰਘਾਂ ਦੀ ਖੱਜਲ ਖਵਾਰੀ ਖਤਮ ਹੋਈ ਤੇ ਕਈ ਦਿਨਾਂ ਤੱਕ ਫਿਰ ਜਿਹੜਾ ਸੀ ਸਿੰਘ ਖੁਸ਼ਹਾਲ ਜਿਹੜੇ ਆਪਣਾ ਸਮਾਂ ਬਿਤਾਉਂਦੇ ਹਨ। ਤੋਪ ਖਾਨੋ ਫਿਰ ਚੱਕਿਓ ਨਾ, ਤੋਪਖਾਨਾ ਕਾਫੀ ਭਾਰਾ ਸੀ ਜਿਹਦੇ ਵਿੱਚੋਂ ਬਹੁਤਾ ਸਮਿਆਨਾ ਚੱਕਿਆ ਨਾ ਗਿਆ ਉਹਨਾਂ ਕੋਲੋਂ। ਦਇਓ ਫੂਕ ਉਸ ਹੀ ਥਾਹੇ, ਇਸ ਕਰਕੇ ਜੋ ਰਹਿੰਦ ਖੂੰਦ ਸੀ ਉਹਨੂੰ ਸਿੰਘਾਂ ਨੇ ਅੱਗ ਲਾ ਦਿੱਤੀ। ਸਹੀ
18 ਸਾਲ। ਇਹ ਵਾਕਿਆ 1818 ਦਾ ਹੈ ਜੀ। ਮਾਰਿਓ ਬਿਸੰਬਰ ਲੁਟਿਓ ਉਸ ਮਾਲ। ਇਸ ਤਰ੍ਹਾਂ ਗੁਰ ਕੀ ਸੰਗਤ ਜੀ, ਬਿਸੰਬਰ ਜਿਹੜਾ ਹੰਕਾਰੀ ਹੋ ਕੇ ਚੜ੍ਹਿਆ ਸੀ ਸਿੰਘਾਂ ਦੇ ਉੱਤੇ, ਉਹਦੀ ਜਿਹੜੀ ਸੀ ਉਹ ਮੌਤ ਹੋ ਗਈ। ਕਵਿਰਾਜ ਰਤਨ ਸਿੰਘ ਜੀ ਭੰਗੂ ਇਸ ਗੱਲ ਦੀ ਬਿਆਨਤਾ ਕਰਦੇ ਨੇ, ਭਾਈ ਜਿਹੜਾ ਹੰਕਾਰੀ ਹੋ ਕੇ ਆਇਆ ਉਹਦਾ ਫਿਰ ਸਰਵਨਾਸ਼ ਹੋ ਗਿਆ। ਗੁਰੂ ਕਿਰਪਾ ਕਰੇ ਇੰਨੀ ਸੇਵਾ ਪ੍ਰਵਾਨ ਕਰਨੀ। ਕੱਲ ਦੇ ਦੀਵਾਨਾਂ 'ਚ ਕਥਾ ਅੱਗੇ ਤੋਰਨ ਦਾ ਯਤਨ ਕਰਾਂਗੇ। ਭੁੱਲਾਂ ਦੀ ਖਿਮਾ ਵਿਸਰ ਨਾਹੀ ਦਾਤਾਰ, ਮਿੱਥ ਤੁਰਿਓ ਕਰ ਗੂੰਗੇ ਅਰਦਾਸ। ਆਂਦੇ ਇਸ ਤਰ੍ਹਾਂ ਜਦੋਂ ਬਿਸੰਬਰ ਦਾਸ ਮਾਰ ਦਿੱਤਾ ਤੇ ਸਿੰਘ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਬੁੰਗੇ ਤੇ ਇਕੱਠੇ ਹੋਏ ਤੇ ਅਰਦਾਸਾਂ ਕਰਕੇ ਜਿਹੜੇ ਨੇ ਉਹ ਪਿੰਡਾਂ ਦੀ ਮੁਹਿੰਮ ਨੂੰ ਸਰਨ ਕਰਨ ਵਾਸਤੇ ਤੁਰੇ ਹਨ ਜੀ। ਜੋ ਜਹ ਰਹਿਤ ਆਏ ਮਿਲੈ ਰਹਿ ਪਿੰਡ ਕੁਸੈ ਸਿੰਘ ਪਾਸ। ਇੱਕ ਸਿੰਘ ਜਿਹੜਾ ਸੀ ਫਿਰ ਪਿੰਡਾਂ ਦੇ ਵਿੱਚ ਜਾ ਰਿਹਾ ਸੀ ਤੇ ਪਿੰਡੋਂ ਬਾਹਰ ਜਾ ਕੇ ਖਲੋ ਜਾਂਦਾ ਸੀ ਤੇ ਆਂਦੇ ਉੱਥੋਂ ਦੀ ਰਈਅਤ ਕਹਿੰਦੇ ਨੇ ਪ੍ਰਜਾ ਨੂੰ, ਉੱਥੋਂ ਦੇ ਲੋਕ ਜਿਹੜੇ ਵੱਸਦੇ ਹੁੰਦੇ ਨੇ, ਉਹ ਲੋਕ ਫਿਰ ਆ ਕਰਕੇ ਸਿੰਘਾਂ ਨੂੰ ਜਿਹੜੇ ਸਨ ਮਿਲਦੇ ਸਨ ਤੇ ਇਹ ਕਹਿ ਦਿੰਦੇ ਸਨ ਕਿ ਖਾਲਸਾ ਜੀ ਲਓ, ਅੱਜ ਤੋਂ ਅਸੀਂ ਜਿਹੜੀ ਹੈ ਤੁਹਾਡੀ ਅਧੀਨਗੀ ਜਿਹੜੀ ਹੈ ਉਹ ਮੰਨ ਲਈ। ਕਾਰਨ ਕੀ ਸੀ? ਮੁਗਲਾਂ ਨੂੰ ਟੈਕਸ ਦਿੰਦੇ ਸਨ ਲੋਕ, ਤੇ ਜਦੋਂ ਅਬਦਾਲੀ ਆਉਂਦਾ ਸੀ, ਇਹ ਪਠਾਨ ਜਦੋਂ ਚੜ੍ਹ ਕੇ ਆਉਂਦਾ ਸੀ ਨਾ, ਤੇ ਇਹਨਾਂ ਦਾ ਟੈਕਸ ਧਰਾਇਆ ਰਹਿ ਜਾਂਦਾ ਸੀ। ਇਹ ਮੁਗਲ ਜਿਹੜੇ ਸਨ ਨਾ ਫਿਰ ਅਬਦਾਲੀ ਕੋਲੋਂ ਬਚਾਉਂਦੇ ਨਹੀਂ ਸਿਆਣੇ ਇਹਨਾਂ ਨੂੰ। ਇਹ ਸੋਚਦੇ ਹਨ ਇੱਕ ਪਾਸੇ ਟੈਕਸ ਵੀ ਦਈਏ ਸਰਕਾਰ ਨੂੰ ਤੇ ਦੂਜੇ ਪਾਸੇ ਉਸ ਟੈਕਸ ਦੀ ਕੀਤੀ ਜਿਹੜੀ ਕੀਮਤ ਹੈ ਅਦਾ ਆਪਾਂ, ਤੇ ਉਹਦਾ ਮੁੱਲ ਵੀ ਜਿਹੜੀ ਹੈ ਸਰਕਾਰ ਸਾਡਾ ਨਾ ਪਾਵੇ। ਤੇ ਉਹ ਪ੍ਰਕਰਨ ਜੇ ਉਹਨਾਂ ਸਮਿਆਂ 'ਚ ਚੱਲਦੇ ਸਨ ਤੇ ਅੱਜ ਵੀ ਹਾਲਾਤ ਜਿਹੜੇ ਨੇ ਕੁਝ ਇਹੋ ਜਿਹੇ ਹਨ ਧਰਤੀ ਦੇ ਉੱਤੇ। ਅੱਜ ਦੇ ਰਾਜੇ ਵੀ ਇਹੀ ਕੁਝ ਜਿਹੜੇ ਨੇ ਕਰ ਰਹੇ ਨੇ। ਇਸ ਕਰਕੇ ਭਾਈ ਗੁਰਦਾਸ ਜੀ ਨੇ ਲਿਖ ਦਿੱਤਾ ਸੀ, ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਏ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ। ਅਬਦਾਲੀ ਆਉਂਦਾ ਲੁੱਟ ਪੁੱਟ ਕੇ ਲੈ ਜਾਂਦਾ। ਇਦਾਂ ਦਾ ਸਮਾਂ ਸੀ ਗੁਰ ਕੀ ਸੰਗਤ ਜੀ। ਤੇ ਉੱਥੇ ਲੋਕਾਂ ਨੇ ਤਾਂ ਮਿੱਟੀ ਦੇ ਭਾਂਡੇ ਘਰਾਂ ਦੇ ਵਿੱਚ ਰੱਖਣੇ ਸ਼ੁਰੂ ਕਰ ਦਿੱਤੇ ਸਨ। ਪਤਾ ਸੀ ਬੱਕਰੀ ਲੱਭੀ ਬੱਕਰੀ ਲੈ ਜਾਣੀ, ਮੱਝ ਲੱਭੀ ਮੱਝ ਲੈ ਜਾਣੀ, ਕੋਈ ਥਾਲੀ ਕੋਲੀ ਗਲਾਸ ਤਾਂਬੇ ਪਿੱਤਲ ਦੇ ਭਾਂਡੇ ਚੱਲਦੇ ਸਨ ਉਹਨਾਂ ਸਮਿਆਂ ਦੇ ਅੰਦਰ। ਤੇ ਅਬਦਾਲੀ ਇਹੋ ਜਿਹਾ ਲੁਟੇਰਾ ਸੀ ਕਿ ਉਹਨੂੰ ਜੋ ਲੱਭਿਆ ਉਹਨੇ ਚੱਕ ਕੇ ਲੈ ਜਾਣਾ। ਧੀਆਂ ਬੇਟੀਆਂ ਵੀ ਲੈ ਜਾਣੀਆਂ, ਗਜ਼ਨਵੀ ਦੀ ਮੰਡੀ 'ਚ ਟਕੇ ਤੇ ਵੇਚਣੀਆਂ। ਜਵਾਨ ਬੱਚੇ ਵੀ ਗੁਲਾਮ ਕਰ ਲੈਣੇ, ਮੁੰਡਿਆਂ ਨੂੰ ਵੀ ਗੁਲਾਮ ਕਰ ਲੈਣਾ, ਜ਼ਬਰਦਸਤ ਉਹਨਾਂ ਕੋਲ ਜਿਹੜਾ ਹੈ ਕੰਮਕਾਰ ਕਰਾਉਣੇ। ਤੇ ਕਹਾਵਤ ਬੜੀ ਪ੍ਰਸਿੱਧ ਹੋ ਚੁੱਕੀ ਸੀ, ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ। ਦੁਨੀਆ ਇੰਨੀ ਤੜਫ ਚੁੱਕੀ ਸੀ। ਹੁਣ ਪਤਾ ਲੱਗਾ ਸਿੰਘਾਂ ਨੇ ਜਿਹੜਾ ਹੈ ਉਹ ਮੱਲਾਂ ਮਾਰਨੀਆਂ ਸ਼ੁਰੂ ਕਰਤੀਆਂ। ਲੋਕਾਂ ਨੂੰ ਥੋੜਾ ਹੌਸਲਾ ਹੋਇਆ ਤੇ ਸਿੰਘ ਜਦੋਂ ਇਸ ਦਾ ਮਹੀਮਾ ਤੇ ਚੜ੍ਹਦੇ ਹਨ ਤੇ ਹੁਣ ਆਪ ਹੀ ਲੋਕ ਕਹੀ ਜਾਂਦੇ ਨੇ ਪਿੰਡਾਂ ਚੋਂ ਬਾਹਰ ਨਿਕਲ ਕਰਕੇ, ਖਾਲਸਾ ਜੀ ਅਸੀਂ ਤੁਹਾਡੇ ਅਧੀਨ, ਆਪਾਂ ਅੱਜ ਤੋਂ ਬਾਅਦ ਮੁਗਲਾਂ ਨੂੰ ਟੈਕਸ ਨਹੀਂ ਦੇਣਾ, ਅੱਜ ਤੋਂ ਬਾਅਦ ਤੁਹਾਨੂੰ ਟੈਕਸ ਦੇਵਾਂਗੇ। ਇੰਨਾ ਤੇ ਪਤਾ ਹੈ ਨਾ ਕਿ ਅੱਜ ਤੋਂ ਬਾਅਦ ਤੁਸੀਂ ਜਿਹੜੇ ਸੇ ਸਾਡੇ ਤੇ ਬਿਪਤਾ ਆਵੇਗੀ ਤੇ ਖਾਲਸਾ ਬਚਾ ਲਵੇਗਾ। ਟੈਕਸ ਵੀ ਦਈਏ ਤੇ ਅਬਦਾਲੀ ਫਿਰ ਲੁੱਟ ਕੇ ਲੈ ਜਾਵੇ ਤੇ ਮੁਗਲ ਜਿਹੜੇ ਨੇ ਰੁੱਡਾਂ ਦੇ ਵਿੱਚ ਵੜ ਕੇ ਬੈਠੇ ਰਹਿਣ, ਗੱਲ ਜੱਚਦੀ ਨਹੀਂ। ਤੇ ਜਿੱਥੇ ਕਿਤੇ ਨਹੀਂ ਸੀ ਕਿਸੇ ਨੂੰ ਪਤਾ, ਉੱਥੇ ਆਪ ਕਹਿ ਦਿੰਦੇ ਸਨ ਸਿੰਘ ਜਾ ਕੇ ਕਿ ਅੱਜ ਤੋਂ ਬਾਅਦ ਮੁਗਲਾਂ ਨੂੰ ਟੈਕਸ ਨਹੀਂ ਤੁਸੀਂ ਦੇਣਾ, ਆਪਾਂ ਇਹ ਪਿੰਡ ਜਿਹੜੇ ਨੇ ਸਰ ਕਰ ਲਏ ਨੇ, ਅੱਜ ਤੋਂ ਬਾਅਦ ਤੁਸੀਂ ਖਾਲਸੇ ਦੀ ਜਾਇਦਾਦ ਹੋ। ਇਸ ਕਰਕੇ ਅਧੀਨਗੀ ਜਿਹੜੀ ਹੈ ਉਹ ਤੁਹਾਨੂੰ ਖਾਲਸੇ ਦੀ ਮੰਨਣੀ ਪਵੇਗੀ। ਇਸ ਤਰ੍ਹਾਂ ਦੇ ਉਹ ਸਮਾਂ ਆਇਆ ਹੈ ਜੀ। ਡੇਰਾ ਲੁੱਟੋ ਸਿੰਘ ਮੁੜੇ ਪੜੇ ਸੋ ਮੁਦ ਕਹਿ ਦੌੜ। ਏਦਾਂ ਆਂਦੇ ਜਦੋਂ ਉਹ ਡੇਰਾ ਲੁੱਟ ਲਿਆ ਬਿਸੰਬਰ ਦਾਸ ਦਾ, ਦੂਜੇ ਪਾਸੇ ਕਸੂਰ ਸਿੰਘਾਂ ਨੇ ਵੀ ਲੁੱਟਿਆ ਹੋਇਆ ਸੀ ਤੇ ਫਿਰ ਮੁਲਕ ਵੱਲ ਨੂੰ ਦੌੜੇ ਹਨ। ਭਾਵ ਵੱਖੋ ਵੱਖ ਪਿੰਡਾਂ ਨੂੰ ਜਿਹੜਾ ਸਾ ਆਪਣੇ ਅਧੀਨ ਕਰ ਰਹੇ ਹਨ ਜੀ। ਜੋ ਜਿਸ ਜਗ੍ਹਾ ਬੜ ਬਹਿਓ ਕਢਿਓ ਨ ਦਿਨ ਇਸ ਦੌੜ। ਆਂਦੇ ਜਿਹੜਾ ਸਿੰਘ
ਕਿਸੇ ਪਿੰਡ ਵਿੱਚ ਜਾ ਕੇ ਵੜ ਜਾਂਦਾ ਸੀ, ਉਹਨੂੰ ਕੋਈ ਫਿਰ ਉੱਥੋਂ ਕੱਢਦਾ ਨਹੀਂ ਸੀ। ਭਾਵ ਇੱਥੇ ਇੱਕ ਪਿਆਰ ਦੀ ਗੱਲ ਵੀ ਆਈ ਹੈ ਆਪਸੀ, ਕਿ ਸਿੰਘਾਂ ਦੇ ਵਿੱਚ ਇੰਨਾ ਆਪਸੀ ਪਿਆਰ ਸੀ ਨਾ। ਉਹ ਜਿੱਦਾਂ ਮਾਲੀ ਦਾਸ ਨੇ ਪੈਸਾ ਦੇਖ ਲਿਆ ਸੰਦੂਕੜੀ ਦੇ ਵਿੱਚ ਬਹੁਤ ਜ਼ਿਆਦਾ, ਤੇ ਫਿਰ ਲਾਲਚ ਆ ਗਿਆ ਤੇ ਆਪਸ ਵਿੱਚ ਹੀ ਲੜਦੀਆਂ ਸਨ ਉਦੋਂ ਮਿਸਲਾਂ। ਆਂਦੇ ਇਦਾਂ ਨਹੀਂ ਸੀ, ਸਮਾਂ ਇਦਾਂ ਦਾ ਹੋ ਗਿਆ ਕਿ ਆਪਸੀ ਪਿਆਰ ਇੰਨਾ ਸੀ, ਜਿਹੜਾ ਕਿਸੇ ਸਿੰਘ ਨੇ ਜਿਹੜਾ ਸੀ ਪਿੰਡ ਮੰਨ ਲਿਆ, ਜਿਹੜਾ ਪਹਿਲਾਂ ਪੁੱਜ ਗਿਆ ਕਿਸੇ ਪਿੰਡ ਦੇ ਵਿੱਚ, ਉੱਥੇ ਉਹਨੂੰ ਠੋਰ ਮਿਲ ਜਾਂਦੀ ਸੀ। ਭਾਵ ਉੱਥੇ ਰਹਿਣ ਬਸੇਰਾ ਮਿਲ ਜਾਂਦਾ ਸੀ ਕਿ ਅੱਜ ਤੋਂ ਬਾਅਦ ਇਹ ਪਿੰਡ ਤੇਰਾ ਹੈ, ਇੱਥੋਂ ਦਾ ਜਥੇਦਾਰ ਤੂੰ ਹੈ ਜੀ। ਚੌਪਈ ਜਿਸ ਪੈਰ ਜਹਾਂ ਕੋ ਪੜ ਰਹੇ ਹੋ। ਆਂਦੇ ਜਿੱਥੇ ਕਿਸੇ ਦੇ ਪੈਰ ਪੈ ਗਏ ਬਸ ਉੱਥੇ ਹੀ ਉਹ ਆਪਣਾ ਟਿਕਾਣਾ ਕਰ ਲੈਂਦਾ ਹੈ ਜੀ। ਕਿਸੇ ਨਿਕਾਰਤ ਨਾ ਕੋ ਭਇਓ। ਕੋਈ ਵੀ ਕਿਸੇ ਨੂੰ ਕਿਸੇ ਪਿੰਡ ਦੇ ਵਿੱਚੋਂ ਜਿਹੜਾ ਸੀ ਉਠਾਉਂਦਾ ਨਹੀਂ ਸੀ। ਜਿੱਥੇ ਕੋਈ ਬਹਿ ਗਿਆ ਉਹ ਜਾਇਦਾਦ ਉਹਦੀ ਬਣ ਗਈ ਸਿੰਘ ਦੀ ਜੀ। ਛੋਟੀ ਜਗ੍ਹਾ ਲਖ ਛੋਟੇ ਬੜੇ। ਜਿਹੜੀਆਂ ਛੋਟੀਆਂ ਛੋਟੀਆਂ ਕਹਿ ਲਈਏ ਮੁਹਿੰਮਾਂ ਸਨ, ਪਿੰਡ ਕਹਿ ਲਈਏ ਛੋਟੇ, ਕਸਬੇ ਕਹਿ ਲਈਏ ਛੋਟੇ, ਉੱਥੇ ਤਾਂ ਜਿਹੜੇ ਕੱਲੇ ਕੱਲੇ ਸਰਦਾਰ ਛੋਟੇ ਸਨ, 12 ਮਿਸਲਾਂ ਸਨ, ਤੇ 12 ਮਿਸਲਾਂ ਦੇ ਅੱਗੇ ਉਹਨਾਂ ਦੇ ਇੱਕ ਇੱਕ ਸਰਦਾਰ 12, ਜੈ ਸਿੰਘ ਜੀ ਕਨਈਆ, ਚੜ ਸਿੰਘ ਜੀ ਸ਼ੁਕਰ ਚੱਕੀਆ, ਜੱਸਾ ਸਿੰਘ ਜੀ ਆਲੂ ਵਾਲੀਆ, ਜੱਸਾ ਸਿੰਘ ਰਾਮਗੜੀਆ, ਕਰਮ ਸਿੰਘ ਜੀ ਨਕਈ ਆਦਿ। 12 ਮਿਸਲਾਂ ਦੇ 12 ਜਥੇਦਾਰ ਇਹ ਵੱਡੇ ਸਨ, ਪਰ ਅੱਗੇ ਉਹਨਾਂ ਮਿਸਲਾਂ ਦੇ ਅੰਦਰ ਦੀਆਂ ਫੌਜਾਂ ਦੀਆਂ ਛੋਟੀਆਂ ਛੋਟੀਆਂ ਟੁਕੜੀਆਂ ਸਨ। ਉਹਨਾਂ ਦੇ ਅੱਗੇ ਛੋਟੇ ਛੋਟੇ ਜਿਹੜੇ ਜਥੇਦਾਰ ਸਨ, ਉਹਨਾਂ ਨੇ ਫਿਰ ਆਪਣੇ ਕਹਿ ਲਈਏ ਰਤਬੇ ਦੇ ਮੁਤਾਬਕ ਉਹ ਛੋਟੇ ਛੋਟੇ ਪਿੰਡ ਜਿਹੜੇ ਸਨ ਆਪਣੇ ਅਧੀਨ ਜਿਹੜੇ ਕਰਨੇ ਸ਼ੁਰੂ ਕਰ ਦਿੱਤੇ ਹਨ। ਵੱਡ ਸ਼ਹਿਰ ਸਰਦਾਰ ਵੱਡ ਖੜੇ। ਤੇ ਜਿਹੜੇ ਵੱਡੇ ਸ਼ਹਿਰ ਸਨ, ਜਿੱਦਾਂ ਜਲੰਧਰ ਦੀ ਸੂਬੇਦਾਰੀ ਜਿਹਨੂੰ ਮਿਲ ਜਾਣੀ, ਕਸੂਰ ਹੋ ਗਿਆ, ਗੁਜਰਾਂਵਾਲ ਹੋ ਗਿਆ, ਇੱਦਾਂ ਹੋਰ ਵੱਡੇ ਜਿਹੜੇ ਕਸਬੇ ਸਨ, ਉਹਨਾਂ ਦੇ ਉੱਤੇ ਜਿਹੜੇ ਵੱਡੇ ਸਰਦਾਰ ਸਨ ਉਹਨਾਂ ਦਾ ਪਹਿਰਾ ਹੋ ਗਿਆ। ਭਾਵ ਉਹਨਾਂ ਦੀਆਂ ਉਹ ਜਾਇਦਾਦਾਂ ਬਣ ਗਈਆਂ ਜੀ। ਕਿੰਨਾ ਸਾਖ ਦੇ ਨਿਸ਼ਾਨ ਕੱਢ ਲਈ। ਤੇ ਕਈਆਂ ਨੇ ਇਦਾਂ ਵੀ ਕੀਤਾ ਕਿ ਜਿਹੜੇ ਪਿੰਡ ਵਿੱਚ ਜਾ ਕੇ ਵੜ ਜਾਂਦੇ ਸਨ, ਉੱਥੇ ਆਪਣੀ ਰਿਸ਼ਤੇਦਾਰੀ ਬਰਾਦਰੀ ਬਣਾ ਲਈ। ਕਿੱਦਾਂ? ਜਦੋਂ ਗੱਲਾਂ 'ਚੋਂ ਗੱਲ ਚੱਲੀ, ਇਹ ਮੇਰੀ ਮਾਸੀ ਦੇ, ਭੂਆ ਦੇ, ਚਾਚੇ ਦੇ, ਤਾਏ ਦਾ ਪਿੰਡ, ਉਹ ਮੇਰੇ ਭੈਣ ਦੇ ਸਹੁਰਿਆਂ ਦੇ ਵਿੱਚੋਂ ਜਿਹੜੀ ਕੋਈ ਰਿਸ਼ਤੇਦਾਰੀ ਆ। ਆਂਦੇ ਕਿੰਨੇ ਰਈਅਤ ਵਾਹਿਗੁਰੂ ਕਿੰਨੇ ਸਾਕ ਦਿਨ ਸਿਆਣ ਕੱਢ ਲਈ। ਕਈਆਂ ਨੇ ਉੱਥੇ ਆਪਣੇ ਸਕੇ ਸੰਬੰਧੀ ਰਿਸ਼ਤੇਦਾਰੀ ਬਰਾਦਰੀਆਂ ਕੱਢ ਲਈਆਂ, ਤੇ ਜਿਹੜੇ ਬਹੁਤਾ ਕੁਝ ਨਹੀਂ ਸੀ ਜਾਣਦੇ ਕਿਸੇ ਦੇ ਬਾਰੇ, ਉਹ ਵੀ ਸਮਾਂ ਪਾ ਕੇ ਉੱਥੇ ਨਾ ਉਹ ਉਹਨਾਂ ਨੂੰ ਪਛਾਣਨ ਬਹਿ ਗਏ ਹਨ ਜੀ। ਕਿੰਨੇ ਰਈਅਤ ਸੋ ਮਰਜੀ ਕਈ। ਤੇ ਕਈਆਂ ਰਈਅਤ ਤੇ ਧਿਆਨ ਰੱਖਣਾ, ਬਾਰ-ਬਾਰ ਇਹ ਅਲਫਾਜ਼ ਜਿਹੜਾ ਇੱਥੇ ਆਵੇਗਾ, ਰਈਅਤ ਦੇ ਅਰਥ ਹਨ ਪ੍ਰਜਾ, ਪਿੰਡ ਦੇ ਵਿੱਚ ਰਹਿਣ ਵਾਲੇ ਲੋਕੀ, ਕਿਸੇ ਕਸਬੇ ਦੇ ਵਿੱਚ, ਕਿਸੇ ਸ਼ਹਿਰ ਦੇ ਵਿੱਚ ਰਹਿਣ ਵਾਲੇ ਜਿਹੜੀ ਜਨਤਾ ਹੈ ਉਹਨਾਂ ਨੂੰ ਕਹਿੰਦੇ। ਆਂਦੇ ਕਈ ਲੋਕ ਜਿਹੜੇ ਸਨ ਆਪਣੀ ਹੀ ਮਰਜ਼ੀ ਦੇ ਨਾਲ ਜਿਹੜੇ ਸਨ ਉਹ ਖਾਲਸੇ ਨੂੰ ਆਪਣਾ ਆਪ ਸਮਰਪਿਤ ਕਰ ਦੇਣ ਚੁੱਕੇ ਸਨ। ਕਾਰਨ ਕੀ? ਕਾਰਨ ਉਹੀ ਸੀ ਕਿ ਉਹ ਅਬਦਾਲੀ ਤੋਂ ਇੰਨੇ ਭੈਬਤ ਹੋ ਚੁੱਕੇ ਸਨ ਕਿ ਉਹ ਛੱਡਦਾ ਕੁਝ ਨਹੀਂ ਸੀ। ਇਸ ਕਰਕੇ ਇਹਨਾਂ ਨੇ ਸਿੰਘਾਂ ਨੂੰ ਜਿਹੜਾ ਸੀ ਆਪਣੇ ਸਿਰ ਦਾ ਸਾਈਂ ਮੰਨ ਲਿਆ ਸੀ। ਇਸ ਕਰਕੇ ਇਹ ਜਿਹੜੇ ਸਨ ਆਪਣੀ ਮਰਜ਼ੀ ਦੇ ਨਾਲ ਹੀ ਕਹਿੰਦੇ ਸਨ, ਆਓ ਖਾਲਸਾ ਜੀ, ਇਹ ਹੁਣ ਪਿੰਡ ਤੁਹਾਡਾ ਹੈ, ਅੱਜ ਤੋਂ ਬਾਅਦ ਤੁਸੀਂ ਇੱਥੋਂ ਦੇ ਰਾਜੇ ਹੋ, ਅੱਜ ਤੋਂ ਬਾਅਦ ਤੁਸੀਂ ਜੋ ਕਹੋਗੇ ਆਪਾਂ ਉਹ ਮੰਨਾਂਗੇ, ਆਪਾਂ ਟੈਕਸ ਵੀ ਤੁਹਾਨੂੰ ਦੇਵਾਂਗੇ, ਮੁਗਲਾਂ ਦੀ ਅਧੀਨਗੀ ਜਿਹੜੀ ਹੈ ਅੱਜ ਤੋਂ ਬਾਅਦ ਅਸੀਂ ਨਹੀਂ ਮੰਨਣੀ ਜੀ। ਕਿੰਨਾ ਅਚਾਨਕ ਸੁਣੀ ਤਕਾਈ। ਤੇ ਜੇ ਕਿਤੇ ਪਤਾ ਲੱਗ ਜਾਂਦਾ ਸੀ ਅਚਾਨਕ ਕਿ ਉਹ ਪਿੰਡ ਜਿਹੜਾ ਸੁੰਨਾ ਪਿਆ ਹੈ, ਉੱਥੇ ਕੋਈ ਵਾਲੀ ਵਾਰਸ ਨਹੀਂ ਹੈਗਾ, ਤੇ ਉਹ ਵੀ ਕੋਈ ਨਾ ਕੋਈ ਸਿੰਘ ਜਿਹੜਾ ਸੀ ਉਸ ਪਿੰਡ ਦੇ ਉੱਤੇ ਕਬਜ਼ਾ ਕਰ ਲੈਂਦਾ ਸੀ ਜੀ। ਕਰ ਲੀਨੋ ਮੁਲਕ ਮਲਾਈ। ਇਸ ਤਰ੍ਹਾਂ ਸਿੰਘਾਂ ਨੇ ਹੌਲੀ ਹੌਲੀ ਸਾਰਾ ਮੁਲਕ ਜਿਹੜਾ ਹੈ ਇੱਧਰ ਦੁਆਬੇ ਵੱਲ ਦਾ, ਉੱਥੋਂ ਦੇ ਵਸਦੇ ਪਿੰਡ ਜਿਹੜੇ ਨੇ, ਹੁਣ ਕਰਤਾਰਪੁਰ ਦੇ ਕਸਬੇ ਦੇ ਪਿੰਡ ਗਿਣੀਏ ਤੇ ਪਤਾ ਨਹੀਂ ਕਿੰਨੇ ਕਿ ਆ ਜਾਣਗੇ। ਇਸ ਤਰ੍ਹਾਂ ਉੜਮੁੜ ਟਾਂਡਾ ਹੋ ਗਿਆ, ਜਲੰਧਰ ਦੇ ਲਾਗੇ ਛਾਗੇ ਜਿੰਨੇ ਪਿੰਡ ਕਰਤਾਰਪੁਰ ਆਦਿਕ, ਇਹ ਸਾਰੇ ਸਿੰਘਾਂ ਨੇ ਦੁਆਬੇ ਦੇ ਵਿੱਚ ਮਲਣੇ ਸ਼ੁਰੂ ਕਰ ਦਿੱਤੇ ਜੀ। ਵੱਡੀ ਠਕਾਰਤ ਕੀ ਜੋ ਜਗ੍ਹਾ। ਜਿੱਥੇ ਵੱਡੇ ਸਰਦਾਰ ਸਨ
ਉਹਨਾਂ ਨੇ ਉਹ ਵੱਡੀਆਂ ਜਗ੍ਹਾ ਮੱਲ ਲਈਆਂ ਜੀ। ਸੋ ਸਰਦਾਰ ਵੱਡ ਗਲੇ ਲਗਾ। ਉਹ ਸਰਦਾਰ ਜਿਹੜੇ ਸਨ ਆਪਣੀਆਂ ਫਿਰ ਵੱਡੀਆਂ ਮੁਹਿੰਮਾਂ ਚਲਾਉਂਦੇ ਸਨ। ਜਿਨ ਜਿਨ ਮਰਜੀ ਸਾਥ ਰਹੀਅਤ ਰਲਾਈ। ਤੇ ਕਈ ਇਹੋ ਜਿਹੀ ਵੀ ਪਰਜਾ ਸੀ ਜਿਹੜੇ ਆਪਣੀ ਮਰਜ਼ੀ ਦੇ ਨਾਲ ਹੀ ਜਿਹੜੇ ਸਨ ਸਿੰਘਾਂ ਦੇ ਨਾਲ ਰਲੀ ਜਾਂਦੇ ਸਨ ਜੀ। ਉਨ ਸੋਗਲ ਬਹੁ ਬਨ ਆਈ। ਇਸ ਤਰ੍ਹਾਂ ਆਂਦੇ ਹਨ ਕਿ ਉਹਨਾਂ ਦੀ ਗੱਲ ਜਿਹੜੀ ਸੀ ਨਾ ਬੜੀ ਜਿਹੜੀ ਸੀ ਬਨ ਆਉਂਦੀ ਸੀ। ਜਿਨ ਜਿਨ ਰਹੀਅਤ ਸੋ ਸਿਤਾਬ ਗਵਾਈ। ਤੇ ਹੁਣ ਸਾਰੇ ਤੇ ਇੱਕੋ ਜਿਹੇ ਨਹੀਂ ਹੁੰਦੇ, 5 ਉਂਗਲਾਂ ਕਦੀ ਬਰਾਬਰ ਨਹੀਂ ਹੋਈਆਂ। ਇੱਕ ਪਰਿਵਾਰ ਦੇ ਵਿੱਚ 4-5 ਜੀ ਹੋਣ ਤੇ ਉਹਨਾਂ ਦਾ ਆਪਸੀ ਪਿਆਰ ਵਾਹਿਗੁਰੂ ਸ਼ੁਕਰ ਕਰੇ, ਵਾਹਿਗੁਰੂ ਰਹਿਮਤ ਕਰੇ ਕਿ ਹਰ ਪਰਿਵਾਰ ਦੇ ਆਪਸੀ ਵਿਚਾਰ ਜਿਹੜੇ ਨੇ ਮਿਲਦੇ ਹੋਣ। ਇੱਥੇ ਤਾਂ ਬਾਣੀ ਕਹਿੰਦੀ ਹੈ ਪਤੀ ਪਤਨੀ ਦੇ ਵਿਚਾਰ ਨਾਲ ਰਲਦੇ ਹੋਣ ਤੇ ਉਹਨਾਂ ਨੂੰ ਪਤੀ ਪਤਨੀ ਨਹੀਂ ਕਿਹਾ ਜਾ ਸਕਦਾ। ਧਨ ਫਿਰ ਇਹ ਨਾ ਆਖਣ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਏ ਸੋਏ। ਤੇ ਪਰਿਵਾਰ ਦੇ ਵਿਚਾਰ ਨਾਲ ਰਲਦੇ ਹੋਣ ਤੇ ਉੱਥੇ ਬਖੇੜਾ ਖੜਾ ਹੋ ਜਾਂਦਾ ਹੈ। ਹੁਣ ਹੈ ਤੇ ਮਿਸਲਾਂ ਸਨ, ਇਹਨਾਂ ਦੇ ਵਿੱਚ ਵੀ ਮਾੜੇ ਚੰਗੇ ਵਿਚਰਦੇ ਹਨ ਬੰਦੇ। ਮਿਸਲ ਗੁਰੂ ਘਰ ਕਦੇ ਨਹੀਂ ਮਾੜਾ, ਆਪਾਂ ਥੋੜਾ ਸਮਝਣ ਦਾ ਯਤਨ ਕਰਿਓ। ਗੁਰੂ ਘਰ ਜਿਹੜਾ ਹੈ ਉਹ ਕਦੀ ਵੀ ਨਹੀਂ ਮਾੜਾ, ਕੋਈ ਧਰਮ ਜਿਹੜਾ ਹੈ ਉਹ ਕੋਈ ਵੀ ਨਹੀਂ ਮਾੜਾ, ਪਰ ਉਹਦੇ ਵਿੱਚ ਅੱਗੇ ਕਰਨ ਵਾਲੇ ਜਿਹੜੇ ਬੰਦੇ ਹਨ, ਉਹ ਕੋਈ ਪ੍ਰਧਾਨ ਕਹਿ ਲਵੋ, ਕੋਈ ਸੈਕਟਰੀ ਕਹਿ ਲਵੋ, ਕੋਈ ਕਹਿ ਲਈਏ ਉੱਥੇ ਸੇਵਾਦਾਰ ਹੈ ਆਦਿ, ਕੋਈ ਕੰਮ ਕਰਦਾ ਪਿਆ ਹੈ। ਹੁਣ ਉਹਦਾ ਆਚਰਣ ਮਾੜਾ ਹੈ, ਉਹਦਾ ਜੀਵਨ ਮਾੜਾ ਹੈ, ਪਰ ਉਹ ਕਹਿੰਦੇ ਨਾ ਪੇਟ ਵਾਹਿਗੁਰੂ ਸੇਬਾਂ ਦੀ ਪੇਟੀ ਚੋਂ ਇੱਕ ਸੇਬ ਖਰਾਬ ਨਿਕਲ ਜਾਵੇ ਤੇ ਕਹਿੰਦੇ ਪੇਟੀ ਖਰਾਬ ਹੈ ਸੇਬਾਂ ਵਾਲੀ। ਇਸ ਤਰ੍ਹਾਂ ਉਹਨਾਂ ਧਾਰਮਿਕ ਕੇਂਦਰਾਂ ਨੂੰ ਵੀ ਜਿਹੜਾ ਫਿਰ ਨੁਕਸਾਨ ਉਠਾਉਣਾ ਪੈਂਦਾ ਇੱਕ ਬੰਦੇ ਦੇ ਪਿੱਛੇ। ਹਾਲਾਂਕਿ ਗੁਰੂ ਘਰ ਕੋਈ ਸੰਸਥਾ ਮਾੜੀ ਨਹੀਂ ਹੁੰਦੀ। ਜਦੋਂ ਦਰਿਆਵਾਂ ਦੇ ਪਾਣੀ ਸ਼ੁਰੂ ਹੁੰਦੇ ਨੇ ਉਦੋਂ ਇਹ ਨਿਰਮਲਤਾਈ ਵਾਲੇ ਨਿਕਲਦੇ ਹਨ। ਉਹਨਾਂ ਝਰਨਿਆਂ ਦੇ ਵਿੱਚੋਂ ਜਦੋਂ ਨਹਿਰਾਂ ਬਣਦੀਆਂ, ਦਰਿਆ ਬਣਦੇ ਹਨ, ਪਰ ਹੌਲੀ ਹੌਲੀ ਜਦੋਂ ਆਪਸੀ ਪਿੰਡਾਂ ਦਾ ਗੰਦਾ ਪਾਣੀ ਉਸ ਸੁਰਸਰੀ ਦੇ ਵਿੱਚ ਰਲ ਬੈਠਦਾ ਹੈ ਤੇ ਨਿਰਮਲ ਜਲ ਵੀ ਫਿਰ ਜਿਹੜਾ ਹੈ ਉਹ ਪਵਿੱਤਰ ਹੋ ਜਾਂਦਾ ਹੈ। ਬਸ ਅੱਜ ਦਰਿਆ